प्रभ तुच्छ हमारी। भर न सकै महिमा जो तिहारी। हम ना सकत कार सिफत तुम्हारी। आप लेहो तुम कथा सुधारी। जो बुलावै त्यों बोलै स्वामी। कुदरत कावन हमारी। साध संग नानक जस गायो। जो प्रभ की अत प्यारी। साध संग नानक जस गायो। जो प्रभ की अत प्यारी। सुखाओ होटल गुर सेवी। आनस सहज सुभाय। दर्शन परसै गुरु कै। जन्म मरण दुख जाए। होवै सिफत खसमदी। नूर अरसों कुरसों छटिया। डिठे सच्चे पातशाह। मल जन्म जन्म दी कटिया। सतनाम श्री वाहिगुरु साहिब जीओ। सोही कबीर जीओ ललित। थाके नैन सरवण सुन थाके। थाकी सुंदर काया। जरा हाक दी सब मत थाकी। एक ना थाकस माया। बावरे तै ज्ञान विचार ना पाया। बिरथा जन्म गवाया। थाके नैन सरवण सुन थाके। थाकी सुंदर काया। वाहिगुरु जी का खालसा वाहिगुरु जी की फतेह। पतत पावन किरपा निधान गरीब नवाज सतगुरु। गुरु ग्रंथ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਦਾ ਆਨੰਦ ਮਾਣ ਰਹੀ ਗੁਰੂ ਕੀ ਸੰਗਤ। ਸਤਿਗੁਰੂ ਜੀਆਂ ਨੇ ਸਤ ਸੰਗਤ ਦਾ ਇਹ ਸੁਭਾਗ ਸਮਾਂ ਜੋ ਬਖਸ਼ਿਸ਼ ਕਰਕੇ ਤਰੁੱਠ ਕੇ ਸਤਿਗੁਰਾਂ ਨੇ ਬਖਸ਼ਿਆ। ਜਿੰਨਾ ਚਿਰ ਸਤਿਗੁਰੂ ਰਹਿਮਤ ਨਹੀਂ ਕਰਦੇ ਉਹਨਾਂ ਚਿਰ ਸਤ ਸੰਗਤ ਦੀ ਪ੍ਰਾਪਤੀ ਨਹੀਂ ਹੈ। ਵੱਡੇ ਭਾਗ ਪ੍ਰਾਪਤ ਹੋਏ ਜੋ ਗੁਰੂ ਸੰਗਤ ਵਿੱਚ ਆ ਕੇ ਬੈਠ ਕੇ ਗੁਰਬਾਣੀ ਸਰਵਣ ਕਰ ਰਹੇ ਹਾਂ। ਇਸ ਵੇਲੇ ਮਹਾਰਾਜ ਦੀ ਲੜੀਵਾਰ ਕਥਾ ਦੇ ਅੰਦਰ ਜੋ ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਸ਼ਬਦ ਦੀ ਵਿਚਾਰ ਨੂੰ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਹੀ ਕਬੀਰ ਜੀਓ ਲਲਿਤ। ਸੋਹੀ ਰਾਗ ਦੇ ਅੰਦਰ ਸਾਹਿਬ ਕਬੀਰ ਜੀ ਇਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ। ਲਲਿਤ ਬਿਲਾਵਲ ਗਾਵਹੀ ਆਪਣੀ ਆਪਣੀ ਭਾਤ। ਅਸ਼ਟ ਪੁੱਤਰ ਭੈਰਵ ਕੇ ਗਾਵਹਿ ਗਾਇਨ ਪਾਤਰ।
ਰਾਗਮਾਲਾ ਵਿੱਚ ਮਹਾਰਾਜ ਨੇ ਲਲਿਤ ਨੂੰ ਵੀ ਰਾਗਣੀ ਲਿਖਿਆ ਹੈ। ਲਲਿਤ ਔਰ ਸੂਹੀ ਰਾਗਣੀ ਦੇ ਅੰਦਰ ਕਬੀਰ ਸਾਹਿਬ ਜੀ ਦਾ ਇਹ ਉਪਦੇਸ਼ ਹੈ। ਇੱਕ ਬਜ਼ੁਰਗ ਵਿਅਕਤੀ ਆ ਗਿਆ, ਬੁੱਢਾ ਹੋ ਚੁੱਕਿਆ, 70-80 ਸਾਲ 90 ਸਾਲ ਦੀ ਉਮਰ ਆ ਕੇ ਕਬੀਰ ਸਾਹਿਬ ਜੀ ਨੂੰ ਕਹਿਣ ਲੱਗਾ, ਕਬੀਰ ਸਾਹਿਬ ਜੀ ਕੋਈ ਮੈਨੂੰ ਵੀ ਉਪਦੇਸ਼ ਦਿਓ, ਭਲੇ ਦੇ ਹਿੱਤ ਮੇਰਾ ਭਲਾ ਹੋ ਜਾਵੇ। ਕਿਉਂਕਿ ਮਹਾਰਾਜ ਦਾ ਬਚਨ ਹੈ ਨਾ, ਕਾਲੀ ਧੌਲੀ ਸਾਹਿਬ ਸਦਾ ਹੈ। ਜੇ ਦਾੜਾ ਕਾਲਾ ਹੈ ਤੇ ਤਾਂ ਵੀ ਰੱਬ ਨੂੰ ਯਾਦ ਕਰਕੇ ਪ੍ਰਾਪਤ ਕੀਤਾ ਜਾ ਸਕਦਾ, ਜੇ ਦਾੜਾ ਚਿੱਟਾ ਹੋ ਗਿਆ ਤੇ ਤਾਂ ਵੀ ਯਾਦ ਕੀਤਾ ਜਾ ਸਕਦਾ। ਉਮਰਾਂ ਦੀ ਬੰਦਿਸ਼ ਕੋਈ ਨਹੀਂ ਹੈ ਕਿ ਹੁਣ ਵਾਲ ਕਾਲੇ ਜਵਾਨੀ ਹੈ ਹੁਣ ਜਪਾਂਗੇ ਮਿਲੇਗਾ, ਜਾਂ ਹੁਣ ਚਿੱਟੇ ਹੋ ਗਏ ਬੁੱਢੇ ਹੋ ਗਏ ਤਾਂ ਮਿਲੇਗਾ, ਨਹੀਂ, ਉਮਰਾਂ ਨਹੀਂ ਹੈ ਕੋਈ। ਕਬੀਰ ਸਾਹਿਬ ਜੀ ਦੇ ਕੋਲ ਬਜ਼ੁਰਗ ਆ ਗਿਆ, ਕਹਿਣ ਲੱਗਾ ਜੀ ਬੁੱਢਾ ਹੋ ਗਿਆ, ਸਾਰੀ ਦੁਨੀਆ ਵੇਖ ਲਈ ਹੈ, ਖਾ ਪੀ ਲਿਆ, ਪਰ ਕਮਾਈ ਵਾਲਾ ਬਚਨ ਕੋਈ ਨਹੀਂ ਕਮਾ ਸਕਿਆ। ਆਪ ਜੀ ਮੇਰੇ ਭਲੇ ਦਾ ਉਪਦੇਸ਼ ਦੇਵੋ। ਇਹ ਬਚਨ ਸੁਣਿਆ ਕਬੀਰ ਸਾਹਿਬ ਜੀ ਨੇ, ਫਿਰ ਇਹ ਬਚਨ ਬਖਸ਼ਿਸ਼ ਕਰਦੇ ਹਨ। ਥਾਕੇ ਨੈਣ ਸਰਵਣ ਸੁਣ ਥਾਕੇ। ਕਬੀਰ ਸਾਹਿਬ ਜੀ ਕਹਿਣ ਲੱਗੇ, ਉਹ ਭਾਈ ਪੁਰਸ਼ਾ, ਥਾਕੇ ਨੈਣ, ਇਹ ਜਿਹੜੇ ਨੈਣ ਨੇਤਰ ਨੇ ਨਾ, ਅੱਖਾਂ, ਦੁਨੀਆ ਦੇ ਪਦਾਰਥ ਤੱਕਦਿਆਂ ਤੱਕਦਿਆਂ ਅੱਖਾਂ ਥੱਕ ਗਈਆਂ। ਫਲਾਣੇ ਦੇ ਘਰ ਵਿੱਚ ਇਹ ਬਣਿਆ ਹੈ, ਵੇਖ ਕੇ ਆਇਆ। ਫਲਾਣੇ ਨੇ ਘਰ ਵਿੱਚ ਇਹ ਨਵੀਂ ਵਸਤੂ ਲਿਆਂਦੀ ਆ, ਉਹ ਵੀ ਵੇਖ ਕੇ ਆਇਆ। ਇੰਨੇ ਵਿਆਹ ਵੇਖ ਲੈ, ਇੰਨੀਆਂ ਮਰਗਾਂ ਵੇਖ ਲਈਆਂ, ਇੰਨੀਆਂ ਪਾਰਟੀਆਂ ਵੇਖ ਲਈਆਂ। ਇਹਨਾਂ ਅੱਖਾਂ ਦੇ ਨਾਲ ਵੇਂਦਾ ਹੀ ਰਿਹਾ, ਵੇਖਦਿਆਂ ਵੇਖਦਿਆਂ ਅੱਖਾਂ ਥੱਕ ਗਈਆਂ, ਬੁੱਢੀਆਂ ਹੋ ਗਈਆਂ, ਕਮਜ਼ੋਰ ਹੋ ਗਈਆਂ, ਹੁਣ ਵੇਖਣ ਤੋਂ ਰਹਿ ਗਈਆਂ। ਚਸ਼ਮਾ ਲੱਗ ਗਿਆ, ਐਨਕ ਲੱਗ ਗਈ, ਨਿਗਾਹ ਘਟ ਗਈ ਹੈ। ਪਰ ਇਹਦਾ ਮਤਲਬ ਇਹ ਨਹੀਂ ਹੈ ਵੀ ਹੁਣ ਵੇਖਣ ਨੂੰ ਜੀ ਨਹੀਂ ਕਰਦਾ, ਜਾਂ ਵੇਖ ਵੇਖ ਕੇ ਰੱਜ ਗਿਆ। ਜੀ ਤੇ ਅਜੇ ਵੀ ਕਰਦਾ ਹੈ ਕਿ ਵੇਖਾਂ, ਹੋਰ ਵੇਖਾਂ, ਦੁਨੀਆਦਾਰੀ ਦੇ ਪਦਾਰਥ ਹੋਰ ਵੇਖ ਲਵਾਂ, ਸੋਨੇ ਚਾਂਦੀ ਦੇ ਬਣੇ ਗਹਿਣੇ ਹੋਰ ਵੇਖ ਲਵਾਂ, ਨਵੀਆਂ ਨਵੀਆਂ ਥਾਵਾਂ ਘੁੰਮਣ ਫਿਰਨ ਵਾਲੀਆਂ ਉਹ ਵੀ ਵੇਖ ਲਵਾਂ। ਵੇਖਣਾ ਤੇ ਅਜੇ ਚਾਹੁੰਦਾ ਹੈ, ਪਰ ਇਹ ਵੱਖਰੀ ਗੱਲ ਹੈ ਵੀ ਅੱਖਾਂ ਸਾਥ ਨਹੀਂ ਦਿੰਦੀਆਂ। ਕਬੀਰ ਸਾਹਿਬ ਜੀ ਕਹਿਣ ਲੱਗੇ, ਥਾਕੇ ਨੈਣ, ਦੁਨੀਆ ਦੇ ਪਦਾਰਥ ਵੇਖਦਿਆਂ, ਵਸਤੂਆਂ ਵੇਖਦਿਆਂ, ਮੇਲੇ ਵੇਖਦਿਆਂ, ਦੁਨੀਆ ਦੇ ਰੰਗ ਵੇਖਦਿਆਂ ਅੱਖਾਂ ਥੱਕ ਗਈਆਂ। ਥੱਕ ਗਈਆਂ ਭਾਵ ਕਿ ਦਿਸਣੋਂ ਹਟ ਗਿਆ। ਇਹ ਨਹੀਂ ਵੀ ਕਹਿੰਦਾ ਵੀ ਬਸ ਹੁਣ ਥੱਕ ਗਿਆ, ਹੁਣ ਨਹੀਂ ਵੇਖਣਾ, ਵੇਖਣਾ ਤੇ ਚਾਹੁੰਦਾ ਪਰ ਅੱਖਾਂ ਹੀ ਥੱਕ ਗਈਆਂ। ਅੱਖਾਂ ਕਮਜ਼ੋਰ ਹੋ ਗਈਆਂ, ਬੁੱਢੀਆਂ ਹੋ ਗਈਆਂ, ਹੁਣ ਵੇਖਣਾ ਹੀ ਨਹੀਂ, ਵੇਖ ਹੀ ਨਹੀਂ ਸਕਦੀਆਂ, ਨਿਗਾਹ ਘਟ ਗਈ ਹੈ, ਜੋਤ ਮੱਧਮ ਪੈ ਗਈ ਹੈ। ਥਾਕੇ ਨੈਣ ਸਰਵਣ ਸੁਣ ਥਾਕੇ। ਦੂਜਾ ਬਚਨ ਹੈ ਗੁਰਮੁਖੋ ਸ਼ਰਵਣ, ਕਹਿੰਦੇ ਕੰਨ, ਕਿਉਂਕਿ ਕੰਨ ਕੰਮ ਕਰਦੇ ਨੇ ਸੁਣਨ ਦਾ। ਕਹਿਣ ਲੱਗੇ ਕੰਨਾਂ ਦੇ ਵਿੱਚ ਬੜੀ ਨਿੰਦਿਆ ਸੁਣੀ ਹੈ, ਬੜੀ ਚੁਗਲੀ ਸੁਣੀ ਹੈ, ਉਸਤਤ ਵਾਲੇ ਬਚਨ ਸੁਣੇ, ਮਾੜੇ ਬਚਨ ਸੁਣੇ। ਸੁਣਦਿਆਂ ਸੁਣਦਿਆਂ ਕੰਨ ਵੀ ਥੱਕ ਗਏ, ਕੰਨ ਵੀ ਬੋਲੇ ਹੋ ਗਏ। ਪਰ ਇਹਦਾ ਮਤਲਬ ਇਹ ਨਹੀਂ ਵੀ ਕੰਨ ਹੁਣ ਸੁਣਨਾ ਨਹੀਂ ਚਾਹੁੰਦੇ, ਸੁਣਨਾ ਤੇ ਚਾਹੁੰਦੇ ਨੇ, ਪਰ ਹੁਣ ਤਾਕਤ ਨਹੀਂ ਰਹਿ ਗਈ ਹੈ, ਤਾਕਤ ਖਤਮ ਹੋ ਗਈ ਹੈ। ਇਹਨਾਂ ਕੰਨਾਂ ਦੇ ਨਾਲ ਪਤਾ ਨਹੀਂ ਕਿੰਨੀ ਕੁ ਆਪਣੀ ਵਡਿਆਈ ਸੁਣੀ ਹੈ। ਮੇਰੇ ਵਰਗਾ ਕੋਈ ਨਹੀਂ ਹੈ, ਦੁਨੀਆ ਨੇ ਆਖਿਆ, ਸੁਣਦਾ ਰਿਹਾ। ਕਿੰਨੇ ਕੁ ਲੋਕਾਂ ਦੀ ਨਿੰਦਿਆ ਸੁਣੀ ਹੈ, ਫਲਾਣਾ ਤੇ ਬੜਾ ਹੀ ਮਾੜਾ ਹੈ। ਦੂਜੇ ਲੋਕਾਂ ਦੀ ਨਿੰਦਿਆ ਸੁਣਦਿਆਂ, ਆਪਣੀ ਉਸਤਤ ਹੀ ਸੁਣਦਿਆਂ, ਕਿਉਂਕਿ ਮਨੁੱਖ ਆਪਣੀ ਨਿੰਦਿਆ ਨਹੀਂ ਨਾ ਸੁਣ ਸਕਦਾ, ਨਿੰਦਿਆ ਦੂਜਿਆਂ ਦੀ ਸੁਣੇਗਾ ਤੇ ਉਸਤਤ ਆਪਣੀ ਸੁਣੇਗਾ। ਜੇ ਕਿਸੇ ਦੂਜੇ ਦੀ ਉਸਤਤ ਕਰ ਦਿਓ ਆ ਕੇ ਫਲਾਣੇ ਦੀ, ਕਿਸੇ ਦੂਸਰੇ ਤੀਸਰੇ ਦੀ, ਫਿਰ ਗੁੱਸਾ ਕਰੇਗਾ। ਮਹਾਰਾਜ ਕਹਿਣ ਲੱਗੇ ਸ਼ਰਵਣ ਸੁਣ ਥਾਕੇ। ਇਹ ਜਿਹੜੇ ਕੰਨ ਸੀ ਨਾ, ਹੈ ਤੇ ਪਰਮਾਤਮਾ ਦੀ ਸਿਫਤ ਸੁਣਨ ਵਾਸਤੇ ਮਿਲੇ, ਪਰ ਇਹਨਾਂ ਕੰਨਾਂ ਦੇ ਨਾਲ ਆਪਣੀ ਉਸਤਤ ਸੁਣਦਾ ਰਿਹਾ, ਦੁਨੀਆ ਦੀ ਨਿੰਦਿਆ ਸੁਣਦਾ ਰਿਹਾ। ਇਹ ਕੰਨ ਵੀ ਥੱਕ ਗਏ, ਸੁਣਨੋਂ ਰਹਿ ਗਏ। ਹੁਣ ਉੱਚੀ ਆਵਾਜ਼ ਵਿੱਚ ਕੋਈ ਆ ਕੇ ਪੋਤਰਾ ਆਵਾਜ਼ ਮਾਰਦਾ ਹੈ ਤੇ ਅੱਗੋਂ ਸਮਝ ਨਹੀਂ ਲੱਗਦੀ, ਅੱਗੋਂ ਹੈਂ ਕਰਕੇ ਪੁੱਛਦਾ ਵੀ ਕੀ ਹੈ।
ਕੰਨਾਂ ਨੇ ਜਵਾਬ ਦੇ ਦਿੱਤਾ ਹੈ। ਐਸੀ ਹਾਲਤ ਬਣ ਗਈ ਹੈ। ਥਾਕੀ ਸੁੰਦਰ ਕਾਇਆ। ਇਹ ਜਿਹੜੀ ਕਾਇਆ ਸਰੀਰ ਸੀ ਨਾ, ਜਵਾਨੀ ਵਿੱਚ ਬੜਾ ਸੋਹਣਾ ਸੀ, ਬੜੀਆਂ ਮਮੋਲੇ ਵਰਗੀਆਂ ਅੱਖਾਂ, ਗੋਰਾ ਚਿੱਟਾ ਰੰਗ, ਸੋਹਣੇ ਨੈਣ ਨਕਸ਼, ਖਿੱਚਿਆ ਹੋਇਆ ਚਿਹਰਾ, ਦਗ ਦਗ ਕਰਦਾ ਪਿਆ, ਐਸਾ ਸੁੰਦਰ ਸਰੀਰ ਸੀ ਜਵਾਨੀ ਵਿੱਚ। ਪਰ ਕਹਿਣ ਲੱਗੇ ਜਵਾਨੀ ਨਿਕਲ ਗਈ, ਬੁਢੇਪਾ ਆ ਗਿਆ, ਕਈ ਬਿਮਾਰੀਆਂ ਲੱਗ ਗਈਆਂ, ਕਈ ਦੁੱਖ ਲੱਗ ਗਏ, ਕਈ ਪਰੇਸ਼ਾਨੀਆਂ ਆ ਗਈਆਂ, ਕਈ ਤਰ੍ਹਾਂ ਦੀ ਟੈਨਸ਼ਨ ਫਿਕਰ ਪੈ ਗਏ, ਸਰੀਰ ਦੀ ਉਹ ਰੰਗਤ ਰਹਿ ਨਹੀਂ ਗਈ। ਬਜ਼ੁਰਗੀ ਦੇ ਵਿੱਚ ਜਦੋਂ ਬਜ਼ੁਰਗ ਹੋ ਗਿਆ ਨਾ, ਬੁੱਢਾ ਹੋ ਗਿਆ ਨਾ, ਫਿਰ ਉਹ ਸਰੀਰ ਦੀ ਸੁੰਦਰਤਾ ਹੀ ਰਹਿ ਨਹੀਂ ਗਈ ਹੈ ਜਿਹੜੀ ਜਵਾਨੀ ਵਿੱਚ ਹੈ। ਥਾਕੀ ਸੁੰਦਰ ਕਾਇਆ, ਇਹ ਸੁੰਦਰ ਸਰੂਪ ਵਾਲੀ ਦੇਹ ਵੀ ਥੱਕ ਗਈ ਹੈ। ਥੱਕ ਗਈ ਕਿਵੇਂ ਹੈ? ਹੁਣ ਤੁਰਨੋਂ ਫਿਰਨੋਂ ਵੀ ਰਹਿ ਗਈ ਹੈ। ਆਪਾਂ ਕਹਿੰਦੇ ਨਾ ਅੱਜ ਮੈਂ ਬੜਾ ਥੱਕ ਗਿਆ, ਹੁਣ ਮੈਂ ਲੰਮੇ ਪੈਣ ਲੱਗਾ, ਹੁਣ ਮੈਂ ਤੁਰ ਨਹੀਂ ਸਕਦਾ। ਮਹਾਰਾਜ ਕਹਿੰਦੇ ਉਹ ਥਕਾਵਟ ਦੇ 2-4 ਘੰਟੇ ਸੌਣ ਤੋਂ ਮਗਰੋਂ ਉਤਰ ਜਾਏਗੀ, ਫਿਰ ਭੱਜਣ ਲੱਗ ਪਵੇਗਾ। ਪਰ ਅਸਲ ਵਿੱਚ ਜਦੋਂ ਬੁੱਢਾ ਹੋ ਗਿਆ ਨਾ, ਬਜ਼ੁਰਗ ਹੋ ਗਿਆ, ਉਦੋਂ ਦੇਹ ਨੇ, ਸਰੀਰ ਨੇ ਇਹੋ ਜਿਹਾ ਥੱਕਣਾ ਹੈ ਵੀ ਇਹਨੇ ਤੁਰਨ ਫਿਰਨ ਤੋਂ ਰਹਿ ਹੀ ਜਾਣਾ ਹੈ। ਫਿਰ ਆਖੇਗਾ ਮੈਂ ਤੇ ਮੰਜੇ ਨਾਲ ਹੀ ਜੁੜ ਗਿਆ, ਗੋਡੇ ਮੋਢੇ ਹੁਣ ਮੁੜਦੇ ਨਹੀਂ, ਮੰਜੇ ਤੇ ਹੀ ਬੈਠਾ ਰਹਿੰਦਾ, ਇੰਨਾ ਥੱਕ ਗਿਆ। ਕਿੱਥੇ ਜਵਾਨੀ ਵਿੱਚ ਦੌੜਿਆ ਫਿਰਦਾ, ਕਿੱਥੇ ਉਹਨੇ ਇੱਕ ਕਦਮ ਚੱਲਣ ਨੂੰ ਜੀ ਨਹੀਂ ਕਰਦਾ ਹੈ। ਐਸੀ ਸੁੰਦਰ ਦੇਹ ਇਹ ਬਜ਼ੁਰਗ ਜਦੋਂ ਬੁੱਢਾ ਹੋ ਜਾਂਦਾ ਫਿਰ ਥੱਕ ਜਾਂਦੀ, ਚਲਨੋਂ ਫਿਰਨੋਂ ਰਹਿ ਜਾਂਦੀ ਹੈ। ਜਰਾ ਹਾਕਦੀ ਸਭ ਮਤ ਥਾਕੀ। ਜਰਾ ਨਾਮ ਗੁਰਮੁਖੋ ਬੁਢੇਪੇ ਦਾ ਹੈ, ਬਿਰਧ ਅਵਸਥਾ ਦਾ ਹੈ। ਮਹਾਰਾਜ ਕਹਿਣ ਲੱਗੇ ਜਦੋਂ ਬਿਰਧ ਅਵਸਥਾ ਨੇ ਹਾਂਕ ਦੀ ਆਵਾਜ਼ ਮਾਰੀ ਨਾ, ਬਿਰਧ ਅਵਸਥਾ ਰੂਪੀ ਬਘਿਆੜੀ ਨੇ ਜਦੋਂ ਆਵਾਜ਼ ਮਾਰੀ ਤੇ ਕਹਿਣ ਲੱਗੇ ਸਭ ਮਤ ਥਾਕੀ, ਉਸ ਵੇਲੇ ਤੇਰੀ ਬੁੱਧੀ ਵੀ ਥੱਕ ਜਾਏਗੀ। ਜਦੋਂ ਬੁਢੇਪਾ ਆ ਗਿਆ ਨਾ, ਫਿਰ ਅਕਲ ਵੀ ਕੰਮ ਨਹੀਂ ਕਰਦੀ ਹੈ। ਮਹਾਰਾਜ ਕਹਿਣ ਲੱਗੇ 70 ਕਾ ਮਤਹੀਨ, ਬਚਨ ਹੈ ਨਾ ਮਹਾਰਾਜ ਦਾ। ਕਿਥੇ ਜਵਾਨੀ ਵਿੱਚ ਫੈਸਲੇ ਕਰਾਉਂਦਾ ਤੇ ਸਲਾਹਾਂ ਦਿੰਦਾ, ਜਦੋਂ ਬੁੱਢਾ ਹੋ ਜਾਵੇਗਾ ਆਪਣੇ ਫੈਸਲੇ ਵੀ ਖੁਦ ਨਹੀਂ ਕਰ ਪਾਏਗਾ, ਆਪਣੀ ਮਤ ਕੰਮ ਹੀ ਨਹੀਂ ਕਰੇਗੀ, ਕਿਉਂਕਿ ਮਤ ਥੱਕ ਗਈ ਹੈ। ਦਿਮਾਗ ਵਰਤਦਿਆਂ ਵਰਤਦਿਆਂ ਦਿਮਾਗ ਥੱਕ ਗਿਆ, ਅਕਲ ਥੱਕ ਗਈ ਹੈ, ਹੁਣ ਕੰਮ ਨਹੀਂ ਕਰਦੀ ਹੈ। ਐਸੀ ਹਾਲਤ ਬਣ ਗਈ ਹੈ। ਫਿਰ ਮਹਾਰਾਜ ਬਖਸ਼ਿਸ਼ ਕਰਦੇ ਹਨ। ਜਰਾ ਹਾਕਦੀ ਸਭ ਮਤ ਥਾਕੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਰਾ ਨਾਮ ਗੁਰਮੁਖੋ ਬਿਰਧ ਅਵਸਥਾ ਦਾ ਹੈ। ਬਿਰਧ ਅਵਸਥਾ ਨੂੰ ਹਾਂਕਦੀ, ਪਾਠ ਇਕੱਠਾ ਕਰ ਦਈਏ, ਹਾਂਕਦੀ ਤੋਂ ਭਾਵ ਹੈ ਰੋਕਦਿਆਂ, ਬੁਢੇਪੇ ਨੂੰ ਰੋਕਦਿਆਂ ਰੋਕਦਿਆਂ, ਰੋਕਣ ਤੋਂ ਭਾਵ ਇਹ ਹੁੰਦਾ ਵੀ ਮੈਂ ਬੁੱਢਾ ਨਾ ਹੋਵਾਂ, ਮੈਂ ਚੰਗੇ ਚੰਗੇ ਨੁਸਖੇ ਖਾ ਕੇ ਨਾ, ਜੜੀਆਂ ਬੂਟੀਆਂ ਖਾ ਕੇ, ਪਿਸਤੇ ਖਾ ਕੇ, ਕਾਜੂ ਬਦਾਮ ਖਾ ਕੇ ਜਵਾਨ ਰਵਾਂ। ਬੜੇ ਯਤਨ ਕੀਤੇ, ਬੁੱਢਾ ਨਾ ਹੋਵਾਂ। ਇੱਥੋਂ ਤੱਕ ਕਿ ਜੇ ਬੁੱਢੇ ਹੋਣ ਵੇਲੇ ਮੇਰੇ ਕੇਸ ਚਿੱਟੇ ਲੱਗਣਗੇ, ਇਹ ਵੀ ਚਿੱਟੇ ਲੱਗਣ ਨਹੀਂ ਦੇਣੇ, ਕਾਲੇ ਹੀ ਰਹਿ ਜਾਣ, ਬੁੱਢਾ ਨਾ ਲੱਗਾ। ਰੋਜ਼ ਕਸਰਤ ਕਰਦਾ ਹੈ, ਰੋਜ਼ ਸੈਰ ਕਰਦਾ ਹੈ, ਸਰੀਰ ਨੂੰ ਫਿੱਟ ਰੱਖਦਾ ਹੈ, ਮੁੰਡਿਆਂ ਖੁੰਡਿਆਂ ਵਾਂਗ ਭੱਜਦਾ ਹੈ, ਵਿਖਾਉਂਦਾ ਹੈ ਵੀ ਮੈਂ ਬੁੱਢਾ ਨਹੀਂ, ਮੈਂ ਬੁਢੇਪੇ ਨੂੰ ਰੋਕ ਕੇ ਰੱਖਿਆ ਹੈ। ਮਹਾਰਾਜ ਕਹਿਣ ਲੱਗੇ ਜਰਾ ਬੁਢੇਪਾ ਇਹੋ ਜਿਹਾ ਬੰਦਿਆ, ਹਾਂਕਦੀ ਜਿੰਨਾ ਮਰਜ਼ੀ ਤੂੰ ਰੋਕ ਲਾ ਇਹਨੂੰ, ਚੰਗੀਆਂ ਖੁਰਾਕਾਂ ਖਾ ਕੇ, ਚੰਗੀਆਂ ਸੈਰਾਂ ਕਰਕੇ, ਸਰੀਰ ਨੂੰ ਤੰਦਰੁਸਤ ਬਣਾ ਕੇ, ਪਰ ਕਹਿਣ ਲੱਗੇ ਬੁਢੇਪਾ ਰੁਕਦਾ ਨਹੀਂ ਹੈ, ਇਹ ਅੱਗੇ ਤੋਂ ਅੱਗੇ ਵੱਧਦਾ ਹੈ। ਮੂੰਹ ਤੇ ਝੁਰੜੀਆਂ ਆ ਜਾਂਦੀਆਂ ਨਾ ਜਦੋਂ ਬੰਦਾ ਬੁੱਢਾ ਹੋ ਜਾਂਦਾ, ਤੇ ਨਵਾਂ ਜ਼ਮਾਨਾ ਚੱਲਿਆ, ਨਵਾਂ ਯੁੱਗ ਚੱਲਿਆ ਹੈ। ਕਹਿਣ ਲੱਗੇ ਝੁਰੜੀਆਂ ਹਟਾ ਦਿੱਤੀਆਂ ਜਾਂਦੀਆਂ, ਮੁਕਾ ਦਿੱਤੀਆਂ ਜਾਂਦੀਆਂ। ਕਾਹਦੇ ਵਾਸਤੇ? ਵੀ ਚਿਹਰੇ ਤੋਂ ਬੁੱਢਾ ਨਾ ਲੱਗਾ। ਸਰਜਰੀ ਕੀਤੀ ਹੈ, ਹਟਾ ਦਿੱਤਾ ਸਭ ਕੁਝ। ਮਹਾਰਾਜ ਕਹਿਣ ਲੱਗੇ ਬਚਨ ਇਹ ਹੈ ਜਿੰਨੇ ਮਰਜ਼ੀ ਯਤਨ ਕਰ ਲਾ। ਮਾਈਕਲ ਜੈਕਸਨ ਨਾਮ ਦਾ ਹੋਇਆ ਨਾ ਕਲਾਕਾਰ, ਗੋਰਿਆਂ ਦੇ ਵਿੱਚ ਬੜਾ ਮਸ਼ਹੂਰ। ਮੈਂ ਜਵਾਨ ਲੱਗਾ, ਮੈਂ ਸੋਹਣਾ ਲੱਗਾ, ਬੜੀਆਂ ਸਰਜਰੀਆਂ ਕਰਵਾਈਆਂ, ਮੇਰਾ ਰੰਗ ਗੋਰਾ ਚਿੱਟਾ ਲੱਗੇ। ਕਾਲਾ ਬੰਦਾ ਤੇ ਇਹਨੂੰ ਪਸੰਦ ਨਹੀਂ ਹੈ, ਤੇ ਲੱਗਾ ਵੀ ਗੋਰਾ ਔਰ ਲੱਗਾ ਵੀ ਜਵਾਨ। ਸਰਜਰੀਆਂ ਕਰਵਾਉਂਦਾ, ਇੰਨੀਆਂ ਸਰਜਰੀਆਂ ਕਰਵਾ ਲਈਆਂ,
ਇੰਨੀਆਂ ਦਵਾਈਆਂ ਖਾ ਲਈਆਂ, ਇੰਨੇ ਇੰਜੈਕਸ਼ਨ ਲਵਾ ਲੈ, ਟੀਕੇ ਲਵਾ ਲੈ, ਸਾਰਾ ਸਰੀਰ ਹੀ ਵਿੰਨਿਆ ਗਿਆ, ਸੂਈਆਂ ਲਵਾ ਲਵਾ ਕੇ, ਤੇ ਬਚਿਆ ਤੇ ਉਹ ਵੀ ਨਹੀਂ, ਮਰ ਤੇ ਉਹ ਵੀ ਗਿਆ। ਉਹਦੀਆਂ ਆਪਣੀਆਂ ਸਹੇੜੀਆਂ ਹੋਈਆਂ ਕਰਤੂਤਾਂ ਹੀ ਉਹਦੀ ਮੌਤ ਦਾ ਕਾਰਨ ਬਣ ਗਈਆਂ, ਉਹ ਸਰਜਰੀਆਂ ਹੀ ਉਹਦੇ ਮੌਤ ਦਾ ਕਾਰਨ ਬਣ ਗਈ। ਮਹਾਰਾਜ ਕਹਿਣ ਲੱਗੇ ਬਚਨ ਇਹ ਹੈ, ਜਰਾ ਹਾਕ ਦੀ ਸਭ ਮੱਤ ਥਾਕੀ, ਬੁਢੇਪੇ ਨੂੰ ਰੋਕਦਿਆਂ, ਸਰਜਰੀ ਕਰਾਉਂਦਿਆਂ, ਆਪਰੇਸ਼ਨ ਕਰਾਉਂਦਿਆਂ, ਕੇਸਾਂ ਨੂੰ ਕਾਲੇ ਕਰਦਿਆਂ, ਚੰਗੀਆਂ ਖੁਰਾਕਾਂ ਖਾਂਦਿਆਂ ਸਭ ਮੱਤ ਥਾਕੀ। ਮੱਤ ਦਾ, ਅਕਲ ਦਾ ਜ਼ੋਰ ਲੱਗ ਗਿਆ, ਅਕਲ ਥੱਕ ਗਈ ਹੈ, ਪਰ ਬੁਢੇਪਾ ਨਹੀਂ ਥੱਕਿਆ, ਸਗੋਂ ਅੱਗੇ ਵੱਧ ਗਿਆ ਹੈ। ਏਕ ਨਾ ਥਕ ਸਮਾਇਆ, ਪਰ ਇੱਕ ਕੰਮ ਕਰਨੋਂ ਬੰਦਾ ਨਹੀਂ ਥੱਕਿਆ। ਗੁਰਮੁਖੋ ਵੇਖੋ, ਮਹਾਰਾਜ ਸਾਹਿਬ ਜੀ ਕੈਸੀ ਡੂੰਘਾਈ ਵਾਲਾ ਬਚਨ ਕਰਦੇ। ਅੱਖਾਂ ਵੇਖਣ ਤੋਂ ਥੱਕ ਗਈਆਂ, ਅੰਨੀਆਂ ਹੋ ਗਈਆਂ, ਕੰਨ ਸੁਣਨ ਤੋਂ ਥੱਕ ਗਏ, ਬੋਲੇ ਹੋ ਗਏ, ਬੁੱਢਾ ਬਜ਼ੁਰਗ ਹੋ ਗਿਆ, ਬੁਢੇਪੇ ਨੇ ਮੱਤ ਵੀ ਥਕਾ ਦਿੱਤੀ, ਹੁਣ ਦਿਮਾਗ ਕੰਮ ਨਹੀਂ ਕਰਦਾ। ਪਰ ਫਿਰ ਵੀ ਮਹਾਰਾਜ ਕਹਿਣ ਲੱਗੇ ਏਕ ਨਾ ਥਾਕ ਸਮਾਇਆ। ਅਫਸੋਸ ਇਸ ਗੱਲ ਦਾ, ਮਾਇਆ ਇਕੱਠੀ ਕਰਨ ਵੱਲੋਂ ਅਜੇ ਵੀ ਥੱਕਿਆ ਨਹੀਂ ਹੈ, ਅਜੇ ਵੀ ਕਹਿੰਦਾ ਵੀ ਇਕੱਠੀ ਹੋ ਹੀ ਜਾਏ। ਪੋਤਰੇ ਦਾ ਵਿਆਹ ਕਰਨਾ ਨਾ, ਪੋਤਰੇ ਦਾ ਵਿਆਹ ਮੈਂ ਐਸੇ ਘਰ ਵਿੱਚ ਕਰਾਂਗਾ ਜਿੱਥੋਂ ਬੜਾ ਦਾਜ ਆਵੇ, ਜ਼ਮੀਨ ਜਾਇਦਾਦ ਆਵੇ, ਪਦਾਰਥ ਆ ਜਾਏ। ਥੱਕ ਗਿਆ ਹੈ, ਮੰਜੇ ਤੋਂ ਨਹੀਂ ਤੁਰ ਸਕਦਾ, ਮੰਜੇ ਤੇ ਬੈਠਾ ਹੋਇਆ ਅਜੇ ਵੀ ਵਿਉਂਤ ਬਣਾਉਂਦਾ, ਪੋਤਰੇ ਦਾ ਵਿਆਹ ਕਰਾਂਗਾ, ਇਹੋ ਜਿਹਾ ਘਰ ਲੱਭਾਂਗਾ ਜਿੱਥੋਂ ਬਹੁਤ ਜ਼ਿਆਦਾ ਧਨ ਪਦਾਰਥ ਆ ਜਾਵੇ। ਬੈਠਾ ਹੋਇਆ ਮੰਜੇ ਤੇ ਸੋਚਦਾ, ਆਹ ਚਾਲ ਮੈਂ ਚੱਲਾਂ ਤੇ ਫਲਾਣੇ ਨੂੰ ਆਪਣੇ ਚੁੰਗਲ ਵਿੱਚ ਫਸਾ ਲਵਾਂ, ਜਾਲ ਵਿੱਚ ਫਸਾ ਲਵਾਂ, ਫਿਰ ਇੰਨੇ ਪੈਸਿਆਂ ਦੀ ਮੰਗ ਰੱਖ ਦੇਵਾਂ। ਮਾਇਆ ਇਕੱਠੀ ਕਰਨ ਵੱਲੋਂ ਨਹੀਂ ਥੱਕਿਆ, ਤੁਰਨ ਵੱਲੋਂ ਥੱਕ ਗਿਆ, ਲੱਤਾਂ ਕੰਮ ਨਹੀਂ ਕਰਦੀਆਂ, ਵੇਖਣ ਵੱਲੋਂ ਥੱਕ ਗਿਆ, ਦਿਸਦਾ ਨਹੀਂ ਹੈ, ਸੁਣਨ ਵੱਲੋਂ ਥੱਕ ਗਿਆ ਹੈ ਕਿ ਸੁਣਦਾ ਕੋਈ ਨਹੀਂ ਬਚਨ, ਇਹਨਾਂ ਗੱਲਾਂ ਵੱਲੋਂ ਤੋਂ ਗਿਆ ਹੈ ਥੱਕ। ਸੋਚਦਿਆਂ ਸੋਚਦਿਆਂ ਮੱਤ ਵੀ ਥੱਕ ਗਈ, ਪਰ ਜੇ ਨਹੀਂ ਥੱਕਿਆ ਤੇ ਮਾਇਆ ਕਮਾਉਣ ਵੱਲੋਂ ਨਹੀਂ ਥੱਕਿਆ ਹੈ, ਉਧਰ ਅਜੇ ਵੀ ਯਤਨ ਕਰਦਾ ਹੈ, ਕਿਵੇਂ ਨਾ ਕਿਵੇਂ ਕੁਝ ਨਾ ਕੁਝ ਕਰ ਹੀ ਲਵਾਂ। ਤੇ ਕਈ ਵੇਖਿਆ ਨਾ, ਬੜੇ ਬਜ਼ੁਰਗ ਹੋਣਗੇ, ਬਹੁਤੀ ਬਜ਼ੁਰਗ ਅਵਸਥਾ ਵਿੱਚ ਪਹੁੰਚ ਜਾਣਗੇ, ਪਰ ਅਜੇ ਵੀ ਤਮਾ ਕਰਦੇ ਪਏ, ਯਤਨ ਕਰਦੇ ਪਏ ਵੀ ਕਿਸੇ ਨਾ ਕਿਸੇ ਬੰਨਿਓ ਕੋਈ ਨਾ ਕੋਈ ਟਾਹਣੀ ਨਵਾ ਹੀ ਲਵਾਂ। ਪਰ ਪਾਤਸ਼ਾਹ ਕਹਿਣ ਲੱਗੇ ਸਰੀਰ ਦਾ ਜ਼ੋਰ ਤੇ ਥੱਕ ਗਿਆ ਹੈ, ਪਰ ਮਾਇਆ ਕਮਾਉਣ ਵੱਲੋਂ ਨਹੀਂ ਥੱਕਿਆ ਹੈ। ਬਾਵਰੇ ਤੈ ਗਿਆਨ ਵਿਚਾਰ ਨਾ ਪਾਇਆ, ਬਾਵਰੇ, ਬਾਵਰੇ ਤੋਂ ਭਾਵ ਐ ਝੱਲਿਆ, ਐ ਮੂਰਖਾ, ਤੂੰ ਬਾਵਰਾ ਹੈ, ਤੂੰ ਝੱਲਾ ਹੈ। ਨਾਮ ਜਪ ਕੇ, ਬਾਣੀ ਨੂੰ ਪੜ੍ਹ ਕੇ ਗਿਆਨ ਦੇਣ ਦਾ ਵਿਚਾਰ, ਗਿਆਨ ਲੈਣ ਦਾ ਵਿਚਾਰ ਨਹੀਂ ਪ੍ਰਾਪਤ ਕੀਤਾ। ਬਾਣੀ ਪੜ੍ਹ ਕੇ ਗਿਆਨ ਨਹੀਂ ਲੈ ਸਕਿਆ ਵੀ ਦੁਨੀਆ ਤੇ ਕਿਸ ਵਾਸਤੇ ਆਇਆ, ਇਹ ਵਿਚਾਰ ਨਹੀਂ ਆਇਆ। ਇਹ ਵਿਚਾਰ ਨਹੀਂ ਆਇਆ ਵੀ ਸਤ ਸੰਗਤ ਵਿੱਚ ਚਲੇ ਜਾਵਾਂ, ਸਤ ਸੰਗਤ ਵਿੱਚ ਆ ਕੇ ਮੈਨੂੰ ਕੀ ਕਰਨਾ ਚਾਹੀਦਾ, ਇਹ ਗਿਆਨ ਪ੍ਰਾਪਤ ਨਹੀਂ ਕੀਤਾ ਹੈ। ਬਿਰਥਾ ਜਨਮ ਗਵਾਇਆ, ਆਪਣਾ ਮਨੁੱਖਾ ਜਨਮ ਵਿਅਰਥ ਹੀ ਗਵਾ ਲਿਆ। ਜਨਮ ਤੇ ਬੜਾ ਅਮੋਲਕ ਹੈ, ਪਰਮਾਤਮਾ ਨੇ ਦਿੱਤਾ ਮਨੁੱਖਾ ਜਨਮ। ਇਸ ਦੇਹੀ ਕੋ ਸਿਮਰੈ ਦੇਵ, ਦੇਵਤੇ ਵੀ ਚਾਹੁੰਦੇ ਵੀ ਮਨੁੱਖਾ ਜਨਮ ਮਿਲੇ। ਉਹਦਾ ਕਾਰਨ ਕੀ ਹੈ? ਆਪਾਂ ਆਮ ਹੀ ਇਹ ਗੱਲ ਕਹਿੰਦੇ ਫਲਾਣਾ ਮਰ ਕੇ ਸਵਰਗਵਾਸੀ ਹੋ ਗਿਆ, ਭਾਵ ਕਿ ਸਵਰਗਾਂ ਵਿੱਚ ਚਲੇ ਗਿਆ, ਤੇ ਸਵਰਗਾਂ ਦਾ ਰਾਜਾ ਇੰਦਰ ਹੈ। ਇੰਦਰ ਤੇ ਆਪ ਚਾਹੁੰਦਾ ਵੀ ਮੈਨੂੰ ਮਨੁੱਖਾ ਜਨਮ ਮਿਲੇ। ਸਵਰਗਾਂ ਦਾ ਰਾਜਾ ਇੰਦਰ ਇਹ ਗੱਲ ਚਾਹੁੰਦਾ ਹੈ ਕਿ ਮੈਨੂੰ ਮਨੁੱਖਾ ਜਨਮ ਮਿਲੇ, ਪਰ ਅਸੀਂ ਮਨੁੱਖ ਕਹਿੰਦੇ ਆ ਵੀ ਅਸੀਂ ਸਵਰਗਾਂ 'ਚ ਜਾਈਏ। ਜਿਵੇਂ ਮੰਨ ਲਓ ਆਪਾਂ ਇੱਥੇ ਰਹਿੰਦੇ ਆ ਨਾ, ਸਾਡਾ ਜੀ ਕਰਦਾ ਵੀ ਅਸੀਂ ਅਮਰੀਕਾ ਚਲੇ ਜਾਈਏ। ਜਿਹੜੇ ਅਮਰੀਕਾ ਵਿੱਚ ਰਹਿੰਦੇ ਉਹ ਇੰਨੇ ਦੁਖੀ ਕੰਮ ਕਰ ਕਰਕੇ ਉਹ ਕਹਿੰਦੇ ਆਪਣੇ ਦੇਸ਼ ਚਲੇ ਜਾਈਏ। ਬਿਲਕੁਲ ਐਸੀ ਹਾਲਤ ਹੈ। ਅਸੀਂ ਆਂਦੇ ਵੀ ਸਵਰਗਾਂ ਨੂੰ ਜਾਣਾ ਹੈ। ਸਵਰਗਾਂ ਦਾ ਰਾਜਾ ਉਹ ਤੇ ਆਪ ਇਹ ਗੱਲ ਕਹਿੰਦਾ ਹੈ ਵੀ ਜੇ ਮੈਨੂੰ ਕਿਤੇ ਮਨੁੱਖਾ ਜਨਮ ਇੱਕ ਵਾਰੀ ਮਿਲ ਜਾਵੇ, ਮੈਂ ਬੰਦਗੀ ਕਰਕੇ ਰੱਬ ਨਾਲ ਮਿਲਾਂ, ਮੈਂ ਸਵਰਗਾਂ ਤੇ ਨਰਕਾਂ ਦੇ ਚੱਕਰਾਂ ਤੋਂ ਬਚ ਜਾਵਾਂ। ਇਸ ਦੇਹੀ ਕੋ ਸਿਮਰੈ ਦੇਵ, ਦੇਵਤੇ ਇੰਦਰ ਵਰਗੇ ਵੀ ਚਾਹੁੰਦੇ ਨੇ ਮਨੁੱਖਾ ਜਨਮ ਮਿਲੇ, ਕਿਉਂਕਿ ਮੁਕਤੀ ਜਿਹੜੀ ਉਹ ਮਨੁੱਖਾ ਜਨਮ ਦੇ ਵਿੱਚ ਹੀ ਹੈ। ਦੇਵਤਿਆਂ ਦੇ ਜਨਮ ਦੇ ਵਿੱਚ ਮੁਕਤੀ ਨਹੀਂ ਹੈ, ਮੁਕਤੀ ਮਨੁੱਖਾ ਜਨਮ ਦੇ ਵਿੱਚ ਹੈ। ਕਿਉਂਕਿ ਮਨੁੱਖ ਬਣੇਗਾ ਤੇ ਗੁਰੂ ਧਾਰਨ ਕਰੇਗਾ, ਗੁਰੂ ਦੇ ਕੋਲੋਂ ਨਾਮ ਲਵੇਗਾ, ਫਿਰ ਨਾਮ ਦੀ ਕਮਾਈ ਕਰੇਗਾ ਤੇ ਮੁਕਤ ਹੋ ਜਾਏਗਾ।
ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਹ ਅਮੋਲਕ ਜਨਮ ਹੈ, ਇਸ ਨੂੰ ਐਵੇਂ ਵਿਅਰਥ ਗਵਾ ਲਿਆ ਹੈ। ਰਹਾਉ ਤਬ ਲਗ ਪ੍ਰਾਣੀ ਤਿਸੈ ਸਰੇਵੋ, ਜਬ ਲਗ ਘਟ ਮੈਂ ਸਾਸਾ। ਸਾਡਾ ਇੱਕ ਸਵਾਲ ਹੈ ਵੀ ਸਿਮਰਨ ਕਿੰਨਾ ਚਿਰ ਕਰਨਾ ਚਾਹੀਦਾ ਔਰ ਸੇਵਾ ਕਿੰਨਾ ਚਿਰ ਕਰਨੀ ਚਾਹੀਦੀ ਹੈ। ਕਬੀਰ ਸਾਹਿਬ ਜੀ ਕਹਿਣ ਲੱਗੇ ਐ ਪ੍ਰਾਣੀ, ਐ ਪੁਰਸ਼ਾ, ਉਹਨਾਂ ਚਿਰ ਅਕਾਲ ਪੁਰਖ ਨੂੰ ਸੇਵਦਾ ਰਹਿ ਜਿੰਨਾ ਚਿਰ ਤੇਰੇ ਸਰੀਰ ਵਿੱਚ ਸਵਾਸ ਨੇ। ਜਿੰਨਾ ਚਿਰ ਸਾਹ ਚੱਲਦੇ ਪਏ ਨਾ, ਉਹਨਾਂ ਚਿਰ ਇਹ ਨਾ ਸੋਚ ਵੀ ਹੁਣ ਮੈਂ ਸੇਵਾ ਨਹੀਂ ਕਰ ਸਕਦਾ, ਉਹਨਾਂ ਚਿਰ ਇਹ ਨਾ ਸੋਚ ਵੀ ਹੁਣ ਮੈਂ ਨਾਮ ਨਹੀਂ ਜਪ ਸਕਦਾ। ਗੁਰੂ ਅਮਰਦਾਸ ਮਹਾਰਾਜ ਜੀ 72 ਸਾਲ ਦੀ ਉਮਰ ਦੇ ਵਿੱਚ ਸੇਵਾ ਸ਼ੁਰੂ ਕਰਦੇ। ਸੇਵਾ ਦਾ ਕੋਈ ਸਮਾਂ ਨਹੀਂ ਹੈ, ਸੇਵਾ ਕਿਸੇ ਵੀ ਉਮਰਾਂ ਵਿੱਚ ਕੀਤੀ ਜਾ ਸਕਦੀ ਹੈ। ਤੇ ਗੁਰਮੁਖੋ ਸਿਮਰਨ ਦਾ ਵੀ ਕੋਈ ਸਮਾਂ ਨਹੀਂ ਹੈ। ਕਾਲੀ ਧੌਲੀ ਸਾਹਿਬ ਸਦਾ ਹੈ, ਦਾੜਾ ਕਾਲਾ ਤੇ ਭਾਵੇਂ ਚਿੱਟਾ, ਨਾਮ ਜਦੋਂ ਮਰਜ਼ੀ ਜਪਿਆ ਜਾ ਸਕਦਾ। ਪਾਤਸ਼ਾਹ ਕਹਿਣ ਲੱਗੇ ਜਬ ਲਓ ਘਟ ਮੈਂ ਸਾਸਾ, ਜਿੰਨਾ ਚਿਰ ਤੇਰੇ ਸਰੀਰ ਵਿੱਚ ਸਾਹ ਨੇ ਮਨੁੱਖ, ਐ ਭਾਈ ਉਹਨਾਂ ਚਿਰ ਪ੍ਰਮਾਤਮਾ ਦੇ ਨਾਮ ਦਾ ਸੇਵਨ ਕਰ, ਜਪਨਾ ਕਰ। ਜੇ ਘਟ ਜਾਏ ਤਾਂ ਭਾਉ ਨਾ ਜਾਸੀ। ਕਬੀਰ ਸਾਹਿਬ ਜੀ ਨੂੰ ਪੁੱਛਿਆ ਵੀ ਜੇ ਸਾਰੀ ਉਮਰ ਸਿਮਰਨ ਕਰਾਂਗੇ ਤੇ ਫਲ ਕੀ ਮਿਲੇਗਾ। ਗੁਰਮੁਖੋ ਅਸੀਂ ਐਸੇ ਲੋਕ ਆ, ਕਰਨਾ ਭਾਵੇਂ ਅਸੀਂ ਕੁਝ ਨਹੀਂ ਹੈ ਪਰ ਪੁੱਛਾਂਗੇ ਜ਼ਰੂਰ, ਭਾ ਜ਼ਰੂਰ ਪੁੱਛੀਦਾ। ਜਾਂਦੇ ਜਾਂਦੇ ਰਾਹ ਵਿੱਚ ਕਿਤੇ ਬਾਜ਼ਾਰ ਆ ਜਾਵੇ ਨਾ, ਬਾਜ਼ਾਰ ਵਿੱਚੋਂ ਭਾਵੇਂ ਆਪਾਂ ਲਈਏ ਕੁਝ ਨਾ, ਪਰ ਨਵਾਂ ਬਾਜ਼ਾਰ ਵੇਖ ਕੇ ਦੁਕਾਨ 'ਚ ਜ਼ਰੂਰ ਅੰਦਰ ਜਾਈਦਾ ਵੀ ਇੱਥੇ ਰੇਟ ਤੇ ਪੁੱਛੀਏ ਵੀ ਕੀ ਚੱਲਦਾ ਪਿਆ। ਲੈਣਾ ਭਾਵੇਂ ਕੁਝ ਨਹੀਂ ਹੈ, ਜੇਬ ਵਿੱਚ ਪੈਸਾ ਨਹੀਂ, ਪਰ ਪੁੱਛਦੇ ਜ਼ਰੂਰ ਆ। ਹੁਣ ਸਿਮਰਨ ਭਾਵੇਂ ਆਪਾਂ ਨਹੀਂ ਕਰਨਾ, ਨਾਮ ਤੇ ਭਾਵੇਂ ਆਪਾਂ ਨਹੀਂ ਜਪਾਂਗੇ, ਪਰ ਪੁੱਛਾਂਗੇ ਤੇ ਜ਼ਰੂਰ ਨਾ ਵੀ ਜੇ ਸਿਮਰਨ ਕਰਾਂਗੇ ਤੇ ਤਾਂ ਕੀ ਹੋਵੇਗਾ। ਤੇ ਕਬੀਰ ਸਾਹਿਬ ਜੀ ਕਹਿਣ ਲੱਗੇ ਜੇ ਘਟ ਜਾਏ, ਜੇ ਸਿਮਰਨ ਕਰੇਗਾ ਨਾ ਤੇ ਮੰਨ ਲਓ ਪਰਾਰਬਧ ਅਨੁਸਾਰ ਤੇਰਾ ਸਰੀਰ ਛੁੱਟ ਵੀ ਜਾਏ, ਮੌਤ ਤੇ ਸਾਰਿਆਂ ਨੂੰ ਹੋਣੀ, ਸਾਡੀ ਇੱਕ ਪਰਾਰਬਧ ਲਿਖੀ ਹੈ। ਪਰਾਰਬਧ ਤੋਂ ਭਾਵ ਹੁੰਦਾ ਹੈ ਪਰਮਾਤਮਾ ਨੇ ਖਾਣ ਪੀਣ ਦਾ ਬੋਲ ਸਾਡੇ ਨਾਂ ਤੇ ਲਿਖਿਆ ਵੀ ਇੰਨੇ ਦਾਣੇ ਤੂੰ ਖਾਣੇ, ਇੰਨੇ ਪਦਾਰਥ ਤੂੰ ਪੀਣੇ, ਇੰਨੇ ਕੱਪੜੇ ਤੂੰ ਪਾਉਣੇ, ਇੰਨੇ ਸਾਹ ਤੂੰ ਲੈਣੇ, ਇੰਨਾ ਚਿਰ ਪਰਿਵਾਰ ਵਿੱਚ ਰਹਿਣਾ ਹੈ। ਇਹ ਸਾਡੀ ਪਰਾਰਬਧ ਹੈ। ਜਿੱਦਣ ਉਹ ਪਰਾਰਬਧ ਖਤਮ ਹੋ ਗਈ ਉਦੋਂ ਦੁਨੀਆ ਤੋਂ ਜਾਣਾ ਪਵੇਗਾ। ਮਹਾਰਾਜ ਕਹਿਣ ਲੱਗੇ ਪਰਾਰਬਧ ਅਨੁਸਾਰ ਮੰਨ ਲਓ ਸਰੀਰ ਨਾਸ ਵੀ ਹੋ ਜਾਵੇ। ਤੇ ਪਾਤਸ਼ਾਹ ਕਹਿਣ ਲੱਗੇ ਬਚਨ ਇਹ ਹੈ ਜੇ ਘਟ ਜਾਏ ਤਾਂ ਭਾਉ ਨਾ ਜਾਸੀ, ਤੇਰੇ ਅੰਦਰੋਂ ਪ੍ਰੇਮ ਨਹੀਂ ਜਾਣਾ ਚਾਹੀਦਾ। ਸਿਮਰਨ ਕਰਨ ਦਾ ਫਲ ਕੀ ਹੈ? ਸਿਮਰਨ ਦਾ ਫਲ ਇਹ ਹੈ ਵੀ ਸਰੀਰ ਤੇ ਗੁਰਮੁਖਾ ਛੁੱਟਣਾ ਹੀ ਹੈ, ਪਰ ਜੇ ਸਿਮਰਨ ਕਰਦਾ ਰਵੇਂਗਾ ਤੇਰੇ ਅੰਦਰੋਂ ਪ੍ਰਮਾਤਮਾ ਦਾ ਪ੍ਰੇਮ ਨਹੀਂ ਛੁੱਟੇਗਾ, ਪ੍ਰੇਮ ਤੇ ਬਣਿਆ ਹੀ ਰਵੇਗਾ, ਜਿਉਂਦਿਆਂ ਵੀ ਬਣਿਆ ਰਵੇਗਾ, ਸਰੀਰ ਛੱਡਣ ਵੇਲੇ ਵੀ ਬਣਿਆ ਰਵੇਗਾ। ਪਾਤਸ਼ਾਹ ਕਹਿਣ ਲੱਗੇ ਬਚਨ ਇਹ ਹੈ, ਸਿਮਰਨ ਦਾ ਫਲ ਇਹ ਹੈ ਸਰੀਰ ਛੁੱਟ ਜਾਵੇ ਪਰ ਪ੍ਰੇਮ ਨਹੀਂ ਜਾਂਦਾ ਹੈ। ਹਰ ਕੇ ਚਰਨ ਨਿਵਾਸਾ, ਤੇ ਫਿਰ ਤੇਰਾ ਪ੍ਰਮਾਤਮਾ ਦੇ ਚਰਨਾਂ ਵਿੱਚ ਨਿਵਾਸ ਹੋ ਜਾਏਗਾ, ਉਹਦੇ ਚਰਨਾਂ ਨੂੰ ਪ੍ਰਾਪਤ ਹੋ ਜਾਏਗਾ ਜੇ ਮਨ ਵਿੱਚ ਪ੍ਰੇਮ ਬਣਿਆ ਰਹਿੰਦਾ ਹੈ। ਜਿਸ ਕੋ ਸ਼ਬਦ ਬਸਾਵੈ ਅੰਤਰ, ਗੁਰਮੁਖੋ ਪਰਮਾਤਮਾ ਜਿਸ ਪੁਰਸ਼ ਦੇ ਹਿਰਦੇ ਦੇ ਵਿੱਚ ਗੁਰੂ ਦਾ ਉਪਦੇਸ਼ ਵਸਾਉਂਦਾ ਹੈ, ਸ਼ਬਦ ਨਾਮ ਹੈ ਉਪਦੇਸ਼ ਦਾ, ਜਿਹਦੇ ਮਨ ਦੇ ਵਿੱਚ ਗੁਰੂ ਦਾ ਉਪਦੇਸ਼ ਵਸ ਜਾਵੇ, ਪਰ ਵਸਦਾ ਉਹਦੇ ਅੰਦਰ ਹੈ ਪ੍ਰਮਾਤਮਾ, ਜਿਹਦੇ ਅੰਦਰ ਆਪ ਵਸਾਉਣਾ ਚਾਹਵੇ ਵੀ ਇਹਦੇ ਅੰਦਰ ਗੁਰੂ ਦਾ ਉਪਦੇਸ਼ ਵਸੇ, ਵਸਦਾ ਉਹਦੇ ਅੰਦਰ ਹੀ ਹੈ। ਬਚਨ ਮੰਨਦਾ ਉਹੀ ਹੈ, ਬਚਨਾਂ ਉੱਪਰ ਭਰੋਸਾ ਉਹਦਾ ਹੀ ਹੈ। ਕਿੰਨੀਆਂ ਸਾਖੀਆਂ ਇਤਿਹਾਸ ਵਿੱਚ ਆਉਂਦੀਆਂ ਜਿੱਥੋਂ ਇਹ ਬਚਨ ਸਿੱਧ ਹੋ ਜਾਂਦਾ ਹੈ। 1699 ਦੀ ਵਿਸਾਖੀ ਨੂੰ ਹਜ਼ਾਰਾਂ ਦੀ ਤੇ ਲੱਖਾਂ ਦੀ ਗਿਣਤੀ ਵਿੱਚ ਇਕੱਠ ਹੈ, ਪਰ ਬਚਨ ਵਸਿਆ ਪੰਜਾਂ ਦੇ ਮਨ ਵਿੱਚ, ਪੰਜ ਹੀ ਅੱਗੇ ਹੋਏ, ਮਹਾਰਾਜ ਸੀਸ ਆਪ ਜੀ ਸਾਡੀ ਭੇਟ ਪ੍ਰਵਾਨ ਕਰੋ। ਪਾਤਸ਼ਾਹ ਕਹਿਣ ਲੱਗੇ ਜਿਸ ਕੋ ਸ਼ਬਦ ਬਸਾਵੈ ਅੰਤਰ, ਜਿਸ ਦੇ ਅੰਤਰ ਗੁਰੂ ਦਾ ਉਪਦੇਸ਼ ਵਸਦਾ ਹੈ, ਗੁਰੂ ਦਾ ਹੁਕਮ ਵਸ ਜਾਂਦਾ ਹੈ। ਚੁਕੈ ਤਿਸੇ ਪਿਆਸਾ, ਉਹਦੇ ਅੰਦਰੋਂ ਪਦਾਰਥਾਂ ਦੀ ਪਿਆਸ ਮੁੱਕ ਜਾਂਦੀ ਹੈ। ਪਿਆਸ ਤ੍ਰੇ, ਜਿਹੜੀ ਤ੍ਰੇ ਲੱਗੀ ਹੈ ਨਾ, ਪਿਆਸ ਲੱਗੀ ਆ ਵੀ ਮਿਲ ਜਾਵੇ, ਆ ਵੀ ਮਿਲ ਜਾਵੇ, ਇਹ ਜੋ ਸਾਨੂੰ ਹਰ ਵੇਲੇ ਪਿਆਸ ਲੱਗੀ ਰਹਿੰਦੀ ਹੈ ਨਾ, ਤ੍ਰਿਸ਼ਨਾ ਲੱਗੀ ਹੈ,
ਇਹ ਤ੍ਰਿਸ਼ਨਾ ਦੀ ਪਿਆਸ ਉਹਨਾਂ ਗੁਰਮੁਖਾਂ ਨਾਮ ਜਪਣ ਵਾਲਿਆਂ ਦੀ ਬੁੱਝ ਜਾਂਦੀ ਹੈ। ਹਉਮੈ ਬੂਝੈ ਚੌਪੜ ਖੇਲਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਹਉਮੈ ਨਹੀਂ ਹੁਕਮੈ ਬੁੱਝੈ। ਜਿਹੜਾ ਵਿਅਕਤੀ ਪ੍ਰਮਾਤਮਾ ਦੇ ਹੁਕਮ ਨੂੰ ਬੁੱਝ ਲੈਂਦਾ ਹੈ ਫਿਰ ਬਖਸ਼ਿਸ਼ ਕਰਦੇ ਹਨ। ਹੁਕਮੈ ਬੂਝੈ ਚੌਪੜ ਖੇਲਾ। ਜਿਹੜੇ ਪ੍ਰਮਾਤਮਾ ਦੇ ਹੁਕਮ ਨੂੰ ਬੁੱਝਣ ਰੂਪੀ ਚੌਪੜ ਖੇਡਦੇ ਨੇ। ਚੌਪੜ ਗੁਰਮੁਖੋ ਇੱਕ ਖੇਡ ਦਾ ਨਾਮ ਹੈ। ਰਾਜੇ ਮਹਾਰਾਜੇ ਪਹਿਲਾਂ ਸਮਿਆਂ ਵਿੱਚ ਖੇਡਦੇ, ਜਿਸ ਤਰ੍ਹਾਂ ਸ਼ਤਰੰਜ ਖੇਡੀ ਜਾਂਦੀ ਹੈ। ਕਹਿਣ ਲੱਗੇ ਪ੍ਰਮਾਤਮਾ ਦੇ ਹੁਕਮ ਨੂੰ ਬੁੱਝਣਾ ਇਹ ਚੌਪੜ ਖੇਲਣੀ ਹੈ। ਜੂਆ ਖੇਡਦੇ ਨਾ ਆਪਾਂ, ਮਹਾਂਭਾਰਤ ਦਾ ਜੰਗ ਵੇਖਦੇ, ਉਹਦੇ ਵਿੱਚ ਗਟੀਆਂ ਜੀਆਂ ਰੱਖ ਕੇ ਤੇ ਉਹ ਜੂਆ ਖੇਡਿਆ ਜਾਂਦਾ। ਉਹ ਪਾਸੇ ਆਪਣੇ ਆਪਣੇ ਸੁੱਟੇ ਜਾਂਦੇ, ਉਹਦੇ ਵਿੱਚ ਪਾਂਡਵ ਹਾਰ ਗਏ। ਵਿਚਾਰ ਬਚਨ ਇਹ ਹੈ ਪਰਮਾਤਮਾ ਦਾ ਹੁਕਮ ਬੁੱਝਣ ਰੂਪੀ ਇਹ ਚੌਪੜ ਨੂੰ ਖੇਡਣਾ ਕਰੇ। ਮਨ ਜਿਣ ਢਾਲੇ ਪਾਸਾ। ਕਿਉਂਕਿ ਪ੍ਰਮਾਤਮਾ ਦਾ ਹੁਕਮ ਇਹ ਹੈ ਵੀ ਦੁੱਖ ਤੇ ਸੁੱਖ ਦੇ ਵਿੱਚ ਬਰਾਬਰ ਰਹਿਣਾ। ਇਹ ਹੁਕਮ ਦਾ ਬੁੱਝਣਾ ਹੈ। ਜੇ ਦੁੱਖ ਆ ਗਿਆ ਤੇ ਪ੍ਰਮਾਤਮਾ ਦਾ ਸ਼ੁਕਰ ਹੈ ਵੀ ਮੇਰੇ ਕਰਮ ਇੱਥੇ ਭੁਗਤਾ ਦਿੱਤੇ। ਜੇ ਸੁੱਖ ਆ ਗਿਆ ਤੇ ਪ੍ਰਮਾਤਮਾ ਤੇਰੀ ਬਖਸ਼ਿਸ਼ ਹੈ। ਦੁੱਖ ਤੇ ਸੁੱਖ ਨੂੰ ਬਰਾਬਰ ਕਰਕੇ ਜਾਣੇ, ਘਬਰਾਵੇ ਨਾ। ਇਹ ਹੁਕਮ ਦਾ ਬੁੱਝਣਾ ਹੀ ਕਹਿੰਦੇ ਚੌਪੜ ਖੇਲਣੀ ਹੈ। ਇਹ ਹੈ ਚੌਪੜ ਦਾ ਖੇਲਣਾ, ਜਿਹੜਾ ਹੁਕਮ ਨੂੰ ਬੁੱਝ ਲੈਣਾ ਹੈ। ਕਹਿਣ ਲੱਗੇ ਭਾਈ ਇਸ ਤਰ੍ਹਾਂ ਜਿਹੜੇ ਗੁਰਮੁਖ ਮਨ ਜਿਨ ਜਾਣੇ ਪਾਸਾ, ਜਿਹੜੇ ਮਨ ਨੂੰ ਜਿਤਨੇ ਰੂਪੀ ਪਾਸਾ ਢਾਲਣਾ ਜਾਣਦੇ ਹਨ। ਜੋ ਜਨ ਜਾਨ ਭਜੇ ਅਵਗਤ ਕੋ। ਅਵਗਤ ਨਾਮ ਪ੍ਰਮਾਤਮਾ ਦਾ, ਕਿਉਂਕਿ ਪ੍ਰਮਾਤਮਾ ਗਤ ਕਹੀਏ ਚਲਾਏਮਾਨ ਨਹੀਂ ਹੁੰਦਾ, ਚੱਲਣ ਤੋਂ ਰਹਿਤ। ਆਪਾਂ ਸਾਰੀ ਦੁਨੀਆ ਚੱਲਣ ਵਿੱਚ ਹੈ, ਆਪਾਂ ਵੀ ਚੱਲਣ ਵਿੱਚ ਆ, ਚੱਲਦੇ ਰਹਿੰਦੇ ਆ। ਸਰੀਰ ਕਰਕੇ ਵੀ ਚੱਲਦੇ ਆ, ਉਮਰਾਂ ਕਰਕੇ ਵੀ ਚੱਲਦੇ ਪਏ ਆ। ਕੱਲ ਅਸੀਂ ਇੰਨੇ ਸਾਲਾਂ ਦੇ ਤੇ ਇੰਨੇ ਦਿਨਾਂ ਦੇ ਸੀ, ਅੱਜ ਅਸੀਂ ਉਸ ਤੋਂ ਇੱਕ ਦਿਨ ਅੱਗੇ ਚੱਲ ਪਏ ਆ। ਕੱਲ ਨੂੰ ਅੱਗੇ ਇੱਕ ਦਿਨ ਹੋਰ ਚੱਲ ਪਵਾਂਗੇ। ਸਾਡੇ ਸਰੀਰ ਸਾਡੀ ਉਮਰਾਂ ਚੱਲਣ ਵਿੱਚ ਹੈ। ਸਾਰੀ ਦੁਨੀਆ ਹੀ ਚੱਲਦੀ ਪਈ ਹੈ। ਦਿਨ ਰਾਤ ਚੱਲੇ, ਨਿਸਾਸ ਚੱਲੇ, ਤਾਰਕਾ ਲੱਖ ਪਲੋਏ, ਇਹ ਚੰਦਰਮਾ ਤਾਰੇ ਸਭ ਕੁਝ ਚੱਲਦੇ ਪਏ। ਧਰਤੀ ਘੁੰਮਦੀ ਪਈ, ਚੱਲਦੀ ਪਈ, ਸਭ ਕੁਝ ਚੱਲਦਾ ਪਿਆ, ਪਰ ਪ੍ਰਮਾਤਮਾ ਨਹੀਂ ਚੱਲਦਾ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜੋ ਜਨ ਜਾਨ ਭਜੇ ਅਵਗਤ ਕੋ। ਜਿਹੜਾ ਅਵਗਤ ਚੱਲਣ ਤੋਂ ਰਹਿਤ ਪ੍ਰਮਾਤਮਾ ਹੈ, ਜਿਹੜੇ ਵਿਅਕਤੀ ਉਸ ਦਾ ਸਿਮਰਨ ਕਰਨਾ ਜਾਣਦੇ ਨੇ, ਉਹਦਾ ਭਜਨ ਕਰਨਾ ਜਾਣ ਲੈਂਦੇ ਹਨ, ਤਿਨ ਕਾ ਕਛੂ ਨ ਨਾਸਾ। ਉਹਨਾਂ ਦਾ ਕੁਝ ਵੀ ਨਾਸ ਨਹੀਂ ਹੁੰਦਾ ਹੈ। ਉਹਨਾਂ ਦਾ ਤਨ ਮਨ ਧਨ ਸਗੋਂ ਸਫਲਾ ਹੋ ਜਾਂਦਾ। ਸਾਡੀ ਮਾਇਆ ਜਿਹੜੀ ਹੈ ਨਾ, ਉਹ ਕਿਸੇ ਟਾਈਮ ਨਾਸ ਹੋ ਸਕਦੀ ਹੈ, ਧੋਖਾ ਦੇ ਸਕਦੀ ਹੈ। ਸਾਡਾ ਤਨ ਵੀ ਧੋਖਾ ਦੇਵੇਗਾ, ਮਨ ਵੀ ਦੇਵੇਗਾ। ਨਾਮ ਜਪਣ ਵਾਲਿਆਂ ਦਾ ਤਨ ਵੀ ਸਫਲਾ ਹੋ ਗਿਆ ਨਾਮ ਜਪ ਕੇ। ਨਾਮ ਜਪਣ ਵਾਲੇ ਦਾ ਮਨ ਵੀ ਸਫਲਾ ਹੋ ਗਿਆ, ਕਿਉਂਕਿ ਨਾਮ ਵਿੱਚ ਲੱਗਾ ਰਿਹਾ ਹੈ। ਨਾਮ ਜਪਣ ਵਾਲੇ ਦਾ ਧਨ ਵੀ ਸਫਲਾ ਹੈ, ਕਿਉਂਕਿ ਉਹ ਭਲੇ ਵਾਸਤੇ ਵਰਤਿਆ ਗਿਆ, ਪਰਉਪਕਾਰ ਵਾਸਤੇ ਵਰਤਿਆ ਗਿਆ। ਨਾਮ ਜਪਣ ਵਾਲਿਆਂ ਦਾ ਤਨ ਮਨ ਧਨ ਸਫਲਾ ਹੈ। ਕਹੋ ਕਬੀਰ ਤੇ ਜਨ ਕਬੂ ਨ ਹਾਰਾ। ਕਬੀਰ ਸਾਹਿਬ ਜੀ ਕਹਿਣ ਲੱਗੇ ਉਹ ਵਿਅਕਤੀ ਸੰਸਾਰ ਦੇ ਵਿੱਚ ਜਨਮ ਦੀ ਬਾਜੀ ਕਦੇ ਹਾਰਦੇ ਨਹੀਂ ਹਨ। ਢਾਲ ਜੋ ਜਨ ਹੈ ਪਾਸਾ। ਜਿਹੜੇ ਵਿਅਕਤੀ ਮਨ ਨੂੰ ਜਿੱਤਣ ਰੂਪੀ ਪਾਸਾ ਢਾਲਣਾ ਜਾਣਦੇ ਹੋਣੇ। ਮਨ ਸਾਡਾ ਸੰਸਾਰ ਵੱਲ ਲੱਗਾ ਹੈ। ਜਿਨ੍ਹਾਂ ਨੂੰ ਇਹ ਪਤਾ ਹੈ ਵੀ ਸੰਸਾਰ ਵੱਲੋਂ ਮਨ ਹਟਾ ਕੇ ਪ੍ਰਮਾਤਮਾ ਵੱਲ ਕਿਵੇਂ ਲਾਉਣਾ ਹੈ, ਜਿਹੜੇ ਇਸ ਗੱਲ ਨੂੰ ਜਾਣ ਲੈਂਦੇ, ਫਿਰ ਉਹ ਦੁਨੀਆ ਵਿੱਚ ਹਾਰਦੇ ਨਹੀਂ। ਹਾਰਦੇ ਉਹ ਨੇ ਜਿਨ੍ਹਾਂ ਨੂੰ ਮਨ ਬਦਲਣਾ ਨਹੀਂ ਆਇਆ, ਮਨ ਫੇਰਨਾ ਨਹੀਂ ਆਇਆ। ਜਿਨ੍ਹਾਂ ਦਾ ਮਨ ਫਿਰ ਗਿਆ ਨਾ ਸੰਸਾਰ ਵੱਲੋਂ, ਨਿਰੰਕਾਰ ਵੱਲ ਜੁੜ ਗਿਆ, ਜਿਨ੍ਹਾਂ ਨੇ ਇਹੋ ਜਿਹਾ ਪਾਸਾ ਢਾਲਿਆ, ਉਹ ਮਨੁੱਖਾ ਜਨਮ ਦੀ ਬਾਜੀ ਜਿੱਤ ਕੇ ਗਏ, ਹਾਰੇ ਨਹੀਂ ਹਨ। ਕਹੋ ਕਬੀਰ ਤੇ ਜਨ ਕਬਹੂ ਨਾ ਹਾਰੇ। ਉਹ ਮਨੁੱਖ ਕਦੇ ਮਨੁੱਖਾ ਜਨਮ ਰੂਪੀ ਬਾਜੀ ਨੂੰ ਹਾਰਦੇ ਨਹੀਂ। ਕਿਉਂ ਨਹੀਂ ਹਾਰਦੇ? ਢਾਲ ਜੋ ਜਨ ਹੈ ਪਾਸਾ। ਜਿਹੜੇ ਮਨੁੱਖਾ ਜਨਮ ਦੇ ਵਿੱਚ ਮਨ ਨੂੰ ਢਾਲਣ ਦਾ ਪਾਸਾ ਜਾਣਦੇ, ਵਿਉਂਤ ਜਾਣਦੇ,
ਜਿਹੜੇ ਮਨ ਨੂੰ ਢਾਲ ਲੈਂਦੇ ਉਹ ਮਨੁੱਖਾ ਜਨਮ ਦੀ ਬਾਜੀ ਨੂੰ ਜਿੱਤ ਲੈਂਦੇ ਹਨ। ਸੋਹੀ ਲਲਤ ਕਬੀਰ ਜੀਓ। ਸੋਹੀ ਤੇ ਲਲ ਤੇ ਰਾਗਨੀਆਂ ਹਨ, ਇਹਨਾਂ ਨੂੰ ਮਿਲਾ ਕੇ ਕਬੀਰ ਸਾਹਿਬ ਜੀ ਉਪਦੇਸ਼ ਬਖਸ਼ਦੇ ਹਨ। ਏਕ ਕੋਟ ਪੰਚ ਸਿਕਦਾਰਾ। ਇੱਕ ਮਹਾਤਮਾ ਨੇ ਆ ਕੇ ਪੁੱਛਿਆ ਕਬੀਰ ਸਾਹਿਬ ਨੂੰ, ਕਿਉਂਕਿ ਗੁਰਬਾਣੀ ਵਿੱਚ ਗੁਰਮੁਖੋ ਸਵਾਲ ਜਵਾਬ ਨੇ, ਜਿਸ ਤਰ੍ਹਾਂ ਦਾ ਕੋਈ ਸਵਾਲ ਲੈ ਕੇ ਆਉਂਦਾ ਉਸ ਤਰ੍ਹਾਂ ਦਾ ਜਵਾਬ ਮਿਲ ਜਾਂਦਾ। ਉਹਨਾਂ ਸਵਾਲਾਂ ਦੇ ਵਿੱਚ ਕਈ ਸਾਡੇ ਵੀ ਸਵਾਲ ਹੋਣਗੇ। ਕਬੀਰ ਸਾਹਿਬ ਜੀ ਨੂੰ ਪੁੱਛਿਆ, ਮਹਾਤਮਾ ਨੇ ਆ ਕੇ ਕਹਿਣ ਲੱਗੇ, ਕਬੀਰ ਸਾਹਿਬ ਜੀ ਸਾਡਾ ਇੱਕ ਸਵਾਲ ਹੈ ਵੀ ਇਹ ਜਿਹੜੇ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ, ਇਹਨਾਂ ਤੋਂ ਆਪ ਜੀ ਬਚੇ ਕਿਵੇਂ ਹੋ? ਤੁਸੀਂ ਕਿਵੇਂ ਬਚੇ ਹੋ? ਸਾਨੂੰ ਤੇ ਵਿਕਾਰ ਘੇਰ ਲੈਂਦੇ ਝਾਟੀ, ਅਸੀਂ ਤੇ ਕਾਬੂ ਆ ਜਾਂਦੇ ਵਿਕਾਰਾਂ ਦੇ, ਤੁਸੀਂ ਕਿਵੇਂ ਬਚੇ ਹੋ? ਕਬੀਰ ਸਾਹਿਬ ਜੀ ਸੁਣ ਕੇ ਬਚਨ ਬਖਸ਼ਦੇ ਹਨ। ਏਕ ਕੋਟ ਪੰਚ ਸਿਕਦਾਰਾ। ਕਹਿਣ ਲੱਗੇ ਏਕ ਕੋਟ, ਇਹ ਸਰੀਰ ਰੂਪੀ ਕੋਟ ਇੱਕ ਕਿਲਾ ਹੈ ਭਾਈ, ਇਹ ਸਰੀਰ ਸਾਡਾ ਕਿਲਾ ਹੈ। ਇਹ ਜਿਹੜਾ ਸਾਡਾ ਸਰੀਰ ਕਿਲਾ ਹੈ ਨਾ ਗੁਰਮੁਖੋ, ਇਹਦੇ ਵਿੱਚ ਪੰਜ ਸਿਕਦਾਰਾ, ਪੰਜ ਕੀ ਨੇ? ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ। ਇਹ ਪੰਜ ਵਿਕਾਰ ਇਹਦੇ ਦੁਆਲੇ ਹੋਏ ਬੈਠੇ, ਇਹਦੇ ਮਾਲਕ ਬਣੇ ਬੈਠੇ। ਜਾਂ ਆਪਾਂ ਕਹਿ ਲਈਏ ਇਹ ਸਰੀਰ ਰੂਪੀ ਇੱਕ ਪਿੰਡ ਹੈ, ਤੇ ਪਿੰਡ ਦਾ ਮੋਹਤਬਾਰ ਕੌਣ ਹੁੰਦਾ? ਪਿੰਡ ਦਾ ਮੋਹਤਬਾਰ ਹੁੰਦਾ ਨੰਬਰਦਾਰ। ਪਹਿਲੇ ਸਮਿਆਂ ਵਿੱਚ ਨਾ ਨੰਬਰਦਾਰ ਹੀ ਪਿੰਡ ਦਾ ਮੋਹਤਬਾਰ ਮੰਨਿਆ ਜਾਂਦਾ। ਅੱਜ ਤੇ ਚਲੋ ਸਰਪੰਚ ਬਣ ਗਿਆ ਨਾ, ਮੈਂਬਰ ਬਣ ਗਿਆ, ਸਰਪੰਚ ਬਣ ਗਿਆ, ਤੇ ਨੰਬਰਦਾਰ ਦੀ ਕੀਮਤ ਘਟ ਗਈ ਹੈ, ਕੇਵਲ ਜ਼ਮੀਨ ਤੱਕ ਸੀਮਤ ਰਹਿ ਗਿਆ। ਪਹਿਲੇ ਸਮੇਂ ਵਿੱਚ ਨੰਬਰਦਾਰ ਦੇ ਹੱਥ ਵਿੱਚ ਸਭ ਕੁਝ ਹੁੰਦਾ। ਸ਼ਾਹੀ ਫਰਮਾਨ ਜਿਹੜੇ ਸਨ ਉਹ ਨੰਬਰਦਾਰਾਂ ਦੇ ਰਾਹੀਂ ਪਿੰਡਾਂ ਦੇ ਵਿੱਚ ਲੋਕਾਂ ਤੱਕ ਪਹੁੰਚਦੇ। ਜਦੋਂ ਬਾਦਸ਼ਾਹਾਂ ਦੇ ਹੁਕਮ ਆਉਂਦੇ ਨਾ ਰਾਜਧਾਨੀਆਂ ਦੇ ਵਿੱਚੋਂ, ਉਹ ਹੁਕਮ ਨੰਬਰਦਾਰਾਂ ਦੇ ਰਾਹੀਂ ਲੋਕਾਂ ਵਿੱਚ ਪਹੁੰਚਿਆ ਕਰਦੇ। ਨੰਬਰਦਾਰ ਨੂੰ ਪਿੰਡ ਦਾ ਮੁਖੀਆ ਮੰਨਿਆ ਜਾਂਦਾ। ਨੰਬਰਦਾਰ ਦਾ ਮੱਥੇ ਲੱਗਣਾ ਲੋਕ ਮਾੜਾ ਬਣਦੇ ਉਹਨਾਂ ਸਮਿਆਂ ਦੇ ਵਿੱਚ। ਇਹਦਾ ਮਤਲਬ ਇਹ ਨਹੀਂ ਹੈ ਵੀ ਨੰਬਰਦਾਰ ਮਾੜਾ ਹੈ, ਮਾੜਾ ਨਹੀਂ ਹੈ। ਉਹਦਾ ਕਾਰਨ ਇਹ ਹੈ, ਇਹ ਕੋਈ ਨਾ ਕੋਈ ਫਰਮਾਨ ਸੁਣਾਵੇਗਾ ਤੇ ਗੱਲ ਮੰਨਣੀ ਸਾਨੂੰ ਬੜੀ ਔਖੀ ਲੱਗਦੀ ਹੈ। ਕੋਈ ਸਾਨੂੰ ਗੱਲ ਕਵੇ, ਸਾਡਾ ਮੰਨਣ ਨੂੰ ਜੀ ਨਾ ਕਰੇ, ਤੇ ਆਪਾਂ ਆਖਾਂਗੇ ਵੀ ਇਹ ਬੰਦਾ ਹੀ ਮਾੜਾ, ਮੱਥੇ ਹੀ ਨਾ ਲੱਗੇ। ਜਾਂ ਸਾਡੇ ਮਨ ਵਿੱਚ ਇਹ ਵਿਚਾਰ ਹੁੰਦੀ ਹੈ ਵੀ ਅਸੀਂ ਨੰਬਰਦਾਰ ਤੋਂ ਮੰਨ ਲਓ ਕੁਝ ਪੈਸੇ ਲੈ ਲਏ, ਕਰਜ਼ਾ ਲੈ ਲਿਆ, ਅਸੀਂ ਬਚਾ ਤੇ ਕਰਾਂਗੇ ਨਾ ਵੀ ਇਹ ਬੰਦਾ ਹੁਣ ਮੱਥੇ ਹੀ ਨਾ ਲੱਗੇ, ਲੱਗੇਗਾ ਤੇ ਆਪਣੇ ਪੈਸੇ ਮੰਗੇਗਾ। ਇੱਕ ਕਹਾਵਤ ਹੈ ਆਮ ਪਿੰਡਾਂ ਦੇ ਵਿੱਚ ਵੀ ਨੰਬਰਦਾਰ ਮੱਥੇ ਲੱਗ ਗਿਆ, ਕਹਿੰਦੇ ਕੰਮ ਨਹੀਂ ਬਣਨਾ, ਇਹ ਮਾੜਾ ਹੋਇਆ। ਨੰਬਰਦਾਰ ਮਾੜਾ ਨਹੀਂ ਹੈ, ਜਿਹੜੇ ਨੰਬਰਦਾਰ ਤੋਂ ਪੈਸੇ ਲੈ ਨੇ ਹੁਣ ਮੋੜਨੇ ਪੈਣੇ ਨੇ, ਮੰਗੇਗਾ, ਸਾਹਮਣੇ ਆਵੇਗਾ। ਕਾਰਨ ਇਹ ਹੈ, ਨੰਬਰਦਾਰ ਸ਼ਾਹੀ ਫਰਮਾਨ ਸੁਣਾਵੇਗਾ, ਉਹ ਮੰਨਣਾ ਪਵੇਗਾ। ਕਾਰਨ ਇਹ ਹੈ, ਤਾਂ ਕਰਕੇ ਆਂਦੇ ਵੀ ਇਹ ਮਾੜਾ ਹੈ। ਰੋ ਵਿਚਾਰ ਕਹਿਣ ਲੱਗੇ ਕਿ ਪਿੰਡ ਦਾ ਜਿਵੇਂ ਸਰਦਾਰ ਕਹੀਏ ਮਾਲਕ ਨੰਬਰਦਾਰ ਹੈ, ਇਸੇ ਤਰ੍ਹਾਂ ਕਹਿਣ ਲੱਗੇ ਗੁਰਮੁਖੋ ਇਹ ਸਰੀਰ ਇੱਕ ਕਿਲਾ ਹੈ, ਇਹਦੇ ਵਿੱਚ ਪੰਜ ਜਿਹੜੇ ਵਿਕਾਰ ਨੇ ਨਾ, ਇਹ ਪੰਜ ਵਿਕਾਰ ਨੰਬਰਦਾਰ ਹਨ, ਮੋਹਤਬਾਰ ਬਣਦੇ, ਮਾਲਕ ਬਣਦੇ ਹਨ। ਪੰਚੈ ਮੰਗ ਹੈ ਹਾਲਾ। ਇਹ ਪੰਜੇ ਹੀ ਆਪਣਾ ਹਾਲਾ ਮੰਗਦੇ। ਹਾਲਾ ਕਹਿੰਦੇ ਮਾਮਲਾ। ਬਚਨ ਉਹੀ ਆ ਗਿਆ ਨਾ ਜਿਹੜਾ ਆਪਾਂ ਸਰਵਣ ਕਰਦੇ ਪਏ। ਪਹਿਲਾਂ ਲੋਕ ਜੇ ਨਹਿਰ ਦਾ ਪਾਣੀ ਲਾਉਂਦੇ ਤੇ ਉਹਦਾ ਮਾਮਲਾ ਤਾਰਦੇ, ਉਹ ਦੇਣਾ ਪੈਂਦਾ ਟੈਕਸ ਜਾ ਕੇ। ਪਰ ਕਹਿਣ ਲੱਗੇ ਟੈਕਸ ਤੇ ਇੱਕ ਬੰਦੇ ਦਾ ਦੇਣਾ ਔਖਾ, ਇੱਥੇ ਤੇ ਪੰਜ ਵਿਕਾਰ। ਕਾਮ ਕਹਿੰਦਾ ਵੀ ਮੇਰਾ ਲਿਆ ਹਿੱਸਾ, ਕ੍ਰੋਧ ਆਪਣਾ ਮੰਗਦਾ, ਲੋਭ ਆਪਣਾ ਮੰਗਦਾ, ਹੰਕਾਰ ਆਪਣਾ ਮੰਗਦਾ ਪਿਆ। ਇਹ ਪੰਜ ਵਿਕਾਰ ਆਪਣਾ ਆਪਣਾ ਹਾਲਾ ਮੰਗਦੇ ਪਏ, ਮਾਮਲਾ ਮੰਗਦੇ ਪਏ। ਮਾਮਲਾ ਕੀ ਮੰਗਦੇ ਪਏ? ਜਿਹੜੇ ਵਿਸ਼ੇ ਨੇ, ਵਿਸ਼ਿਆਂ ਦਾ ਸੁਖ ਮੰਗਦੇ ਪਏ। ਵਿਸ਼ਾ ਕੀ ਹੈ? ਜ਼ੁਬਾਨ ਦੇ ਉੱਪਰ ਕੋਈ ਪਦਾਰਥ ਰੱਖਿਆ, ਉਹ ਬੜਾ ਸਵਾਦ ਹੈ, ਜੀ ਕਰਦਾ ਵੀ ਹੋਰ ਖਾਵਾਂ, ਇਹ ਵਿਸ਼ਾ ਹੈ ਜ਼ੁਬਾਨ ਦਾ। ਕਿਸੇ ਚੀਜ਼ ਨੂੰ ਸਵਾਦ ਲੱਗਣਾ ਔਰ ਉਹਨੂੰ ਹੋਰ ਮੰਗ ਕਰਨੀ। ਨਹੀਂ ਹੈ ਤੇ ਉਹਨੂੰ ਕਹਿਣਾ ਵੀ ਦੁਬਾਰਾ ਪੈਦਾ ਕਰੋ, ਜਾਂ ਆਪ ਯਤਨ ਕਰਨਾ। ਕਈ ਵਾਰੀ ਸਾਨੂੰ ਕੋਈ ਬੜੀ ਚੀਜ਼ ਸਵਾਦ ਲੱਗੇ, ਅਸੀਂ ਆਪ ਕੜਛੀ ਫੜ ਕੇ ਲੱਗ ਪੈਂਦੇ ਬਣਾਉਣ, ਉਹਦੇ ਨਾਲ ਦੀ ਬਣਾਉਣੀ। ਉਹ ਜ਼ੁਬਾਨ ਦਾ ਸਵਾਦ ਹੈ, ਉਹ ਜ਼ੁਬਾਨ ਦਾ ਵਿਸ਼ਾ ਹੈ। ਅੱਖਾਂ ਦਾ ਵਿਸ਼ਾ ਕੀ ਹੈ?
ਅਸੀਂ ਅੱਖਾਂ ਨਾਲ ਕਿਸੇ ਨੂੰ ਵੇਖਿਆ, ਉਹ ਸਾਨੂੰ ਚੰਗਾ ਲੱਗਾ, ਸੋਹਣਾ ਲੱਗਾ, ਦੁਬਾਰਾ ਫਿਰ ਮੁੜ ਮੁੜ ਕੇ ਵੇਖਣਾ, ਇਹ ਅੱਖਾਂ ਦਾ ਵਿਸ਼ਾ ਹੈ। ਕੰਨਾਂ ਦਾ ਵਿਸ਼ਾ ਕੀ ਹੈ? ਕੋਈ ਗੱਲ ਸੁਣੀ, ਕਿਸੇ ਦੀ ਨਿੰਦਿਆ ਸੁਣ ਲਈ, ਚੁਗਲੀ ਸੁਣ ਲਈ, ਚੰਗੀ ਲੱਗੀ, ਦੁਬਾਰਾ ਫਿਰ ਸੁਣੀ ਹੈ, ਦੁਬਾਰਾ ਫਿਰ ਸੁਣੀ, ਵਾਰ ਸੁਣੀ ਜਾਣਾ, ਇਹ ਕੰਨਾਂ ਦਾ ਵਿਸ਼ਾ ਹੈ। ਇਹ ਵਿਸ਼ੇ ਨੇ। ਇੱਕ ਵਿਸ਼ਾ ਹੈ ਚਮੜੀ ਦਾ, ਜਿਹਨੂੰ ਆਪਾਂ ਕਹਿੰਦੇ ਸਪਰਸ਼ ਕਰਨਾ, ਕਿਸੇ ਦੂਜੇ ਤਨ ਦੇ ਨਾਲ ਸਪਰਸ਼ ਕਰਨਾ, ਉਹ ਤਨ ਦਾ ਵਿਸ਼ਾ ਹੈ। ਸਾਰੀ ਉਮਰ ਬੰਦਾ ਵਿਕਾਰੀ ਹੋਇਆ, ਇਹ ਵਿਕਾਰ ਭੋਗਦਾ ਰਹਿੰਦਾ ਕਾਮ ਬਿਰਤੀ ਨੂੰ ਅਪਣਾ ਕੇ, ਉਹ ਚਮੜੀ ਦਾ ਵਿਸ਼ਾ ਹੈ। ਇਹ ਗੁਰਮੁਖੋ 5 ਵਿਕਾਰ ਨੇ ਤੇ 5 ਹੀ ਉਹਨਾਂ ਦੇ ਅੱਗੇ ਵਿਸ਼ੇ ਨੇ। ਇਹ ਵਿਸ਼ਿਆਂ ਰੂਪੀ ਮਾਮਲਾ ਮੰਗਦੇ। ਅੱਖਾਂ ਨੂੰ ਕਹਿੰਦੇ ਵੀ ਚੱਲ ਵੇਖ ਫਲਾਣੇ ਨੂੰ ਵਾਰ ਕਾਮ ਇਹ ਗੱਲ ਕਹਿੰਦਾ, ਅੱਖਾਂ ਦੀ ਡਿਊਟੀ ਲਾਈ ਹੈ, ਚੱਲ ਵੇਖ। ਉਹ ਆਪਣਾ ਸਮਾਂ, ਜੇ ਆਪਾਂ 5-10 ਮਿੰਟ ਕਿਸੇ ਨੂੰ ਵੇਖਾਂਗੇ ਤੇ ਸਮਾਂ ਤੇ ਆਪਣਾ ਲਾ ਦਿੱਤਾ ਨਾ, ਉਧਰ ਬਰਬਾਦ ਕਰ ਲਿਆ। ਐਸਾ ਮਾਮਲਾ ਮੰਗਦੇ। ਕੰਨਾਂ ਨੂੰ ਕਿਹਾ ਜਾਂਦਾ ਸੁਣ ਚੁਗਲੀ ਤੇ ਨਿੰਦਿਆ, ਜਿੰਨਾ ਚਿਰ ਸੁਣਾਂਗੇ ਉਹ ਮਾਮਲਾ ਦੇਣਾ ਪੈ ਗਿਆ, ਉਹ ਸਮਾਂ ਦੇਣਾ ਪੈ ਗਿਆ। ਮਹਾਰਾਜ ਕਹਿਣ ਲੱਗੇ ਏਕ ਕੋਟ ਕਿਲਾ ਇੱਕ ਹੈ, ਦੁਸ਼ਮਣ 5 ਨੇ, ਔਰ ਉਹਨਾਂ ਅੱਗੇ 5 ਦੁਸ਼ਮਣਾਂ ਦੇ ਅੱਗੇ ਫਿਰ 5 ਮਿੱਤਰ ਨੇ। 5 ਹੀ ਵਿਕਾਰ ਤੇ 5 ਹੀ ਵਿਸ਼ੇ ਹਨ। ਸਾਰੇ ਆਪੋ ਆਪਣਾ ਹਾਲਾ ਮੰਗਦੇ, ਮਾਮਲਾ ਮੰਗਦੇ। ਜ਼ੁਬਾਨ ਆਪਣਾ ਸਵਾਦ ਮੰਗਦੀ ਹੈ, ਅੱਖਾਂ ਆਪਣਾ ਸਵਾਦ ਮੰਗਦੀਆਂ ਵੇਖਣ ਦਾ, ਚਮੜੀ ਆਪਣਾ ਸਵਾਦ ਮੰਗਦੀ ਹੈ ਵਿਕਾਰ ਭੋਗਣ ਦਾ, ਕੰਨ ਆਪਣਾ ਸਵਾਦ ਮੰਗਦੇ ਚੁਗਲੀ ਸੁਣਨ ਦਾ। ਮਹਾਰਾਜ ਕਹਿਣ ਲੱਗੇ ਸਾਰੇ ਵਿਸ਼ੇ ਆਪੋ ਆਪਣਾ ਸਵਾਦ ਮੰਗਦੇ, ਇਹ ਮਾਮਲਾ ਮੰਗਦੇ ਪਏ ਹਨ। ਜਿਮੀ ਨਾਹੀ ਮੈਂ ਕਿਸ ਕੀ ਬੋਈ। ਕਬੀਰ ਸਾਹਿਬ ਜੀ ਕਹਿਣ ਲੱਗੇ ਜ਼ਮੀਨ ਨਾਮ ਗੁਰਮੁਖੋ ਜ਼ਮੀਨ ਦਾ ਹੈ। ਮੰਨ ਲਓ ਵੀ ਆਪਾਂ ਕਿਸੇ ਦੀ ਜ਼ਮੀਨ ਲੈ ਕੇ ਤੇ ਵਾਹ ਲਈਏ, ਠੇਕੇ ਤੇ ਆਪਾਂ ਜ਼ਮੀਨ ਲੈ ਲਈਏ ਨਾ, ਵੀ ਤੇਰੇ 5 ਕਿੱਲੇ ਮੈਂ ਵਾਵਾਂਗਾ। ਤੇ ਜੇ ਆਪਾਂ ਕਿਸੇ ਦੀ ਜ਼ਮੀਨ ਵਾਹੀ ਹੈ ਤੇ ਫਿਰ ਆਪਾਂ ਨੂੰ ਉਹਦਾ ਠੇਕਾ ਦੇਣਾ ਪਏਗਾ, ਜਿੰਨਾ ਆਪਾਂ ਕੀਤਾ ਨਾ 40-50 ਹਜ਼ਾਰ ਕਿੱਲੇ ਦੇ ਹਿਸਾਬ ਨਾਲ ਉਹ ਦੇਣਾ ਪਏਗਾ। ਪਰ ਮੰਨ ਲਓ ਵੀ ਆਪਾਂ ਜ਼ਮੀਨ ਤੇ ਠੇਕੇ ਤੇ ਲਈ ਨਹੀਂ, ਆਪਾਂ ਤਾਂ ਬੈਠੇ ਹਾਂ ਸ਼ਹਿਰ ਵਿੱਚ ਆ ਕੇ, ਸਾਨੂੰ ਤੇ ਪਤਾ ਨਹੀਂ ਵੀ ਇਸ ਵੇਲੇ ਫਸਲ ਕਿਹੜੀ ਬੀਜੀ ਹੈ ਤੇ ਕਿਹੜੀ ਵੱਢਣੀ ਹੈ। ਤੇ ਫਿਰ ਵੀ ਪਿੰਡ ਵਿੱਚੋਂ ਕੋਈ ਬੰਦਾ ਆਵੇ ਵੀ ਲਿਆ ਭਾਈ ਇੰਨਾ ਠੇਕਾ ਦੇ, ਤੇ ਆਪਾਂ ਦੇਵਾਂਗੇ ਥੋੜੀ, ਆਪਾਂ ਪੁੱਛਾਂਗੇ ਨਹੀਂ ਵੀ ਕਾਹਦਾ ਠੇਕਾ ਦਈਏ, ਪੈਲੀ ਤੇ ਅਸੀਂ ਵਾਹੀ ਕੋਈ ਨਹੀਂ, ਜ਼ਮੀਨ ਤੇ ਵਾਹੀ ਨਹੀਂ, ਬੀਜੀ ਨਹੀਂ, ਠੇਕਾ ਕਾਹਦਾ ਮੰਗਣ ਵਾਸਤੇ ਆ ਗਿਆ। ਕਬੀਰ ਸਾਹਿਬ ਜੀ ਕਹਿਣ ਲੱਗੇ ਜਿਮੀ ਨਾਹੀ ਮੈਂ ਕਿਸੇ ਕੀ ਬੋਈ, ਮੈਂ ਕਿਸੇ ਦੀ ਜ਼ਮੀਨ ਵਾਹੀ ਨਹੀਂ ਹੈ। ਗੁਰਮੁਖੋ ਜ਼ਮੀਨ ਕੀ ਵਾਹੁਣੀ ਹੈ? ਜਿਹੜਾ ਕਾਮ, ਕ੍ਰੋਧ, ਲੋਭ ਤੇ ਮੋਹ ਤੇ ਹੰਕਾਰ, ਇਹ ਜ਼ਮੀਨ ਹੈ। ਮੈਂ ਇਹਨਾਂ ਨੂੰ ਭੋਗਿਆ ਨਹੀਂ, ਨਾ ਮੈਂ ਕਾਮ ਭੋਗਿਆ, ਨਾ ਮੈਂ ਕ੍ਰੋਧ ਭੋਗਿਆ, ਨਾ ਮੈਂ ਲੋਭ ਤੇ ਨਾ ਮੋਹ, ਨਾ ਜ਼ੁਬਾਨ ਦੇ ਸਵਾਦ ਨੂੰ ਭੋਗਿਆ, ਨਾ ਅੱਖਾਂ ਦੇ ਵੇਖਣ ਦੇ ਵਿਸ਼ੇ ਨੂੰ ਭੋਗਿਆ, ਨਾ ਕੰਨਾਂ ਦੇ ਸੁਣਨ ਦੇ ਵਿਸ਼ੇ ਨੂੰ ਭੋਗਿਆ, ਨਾ ਮੈਂ ਚਮੜੀ ਦਾ ਰਸ ਲੈਣਾ ਭੋਗਿਆ ਹੈ। ਜਦੋਂ ਮੈਂ ਇਹ ਚੀਜ਼ਾਂ ਭੋਗੀਆਂ ਹੀ ਨਹੀਂ। ਤੇ ਕਬੀਰ ਸਾਹਿਬ ਜੀ ਕਹਿਣ ਲੱਗੇ ਜਦੋਂ ਮੈਂ ਵਕਾਰ ਭੋਗੇ ਨਹੀਂ ਹਨ, ਐਸਾ ਦੇਨ ਦੁਖਾਲਾ, ਤੇ ਫਿਰ ਮੈਂ ਕਿਸੇ ਨੂੰ ਮਾਮਲਾ ਕਿਉਂ ਦਿਆਂ। ਗੁਰਮੁਖੋ ਠੇਕਾ ਤੇ ਤਾਂ ਦੇਵਾਂਗੇ ਜੇ ਜ਼ਮੀਨ ਵਾਹ ਕੇ ਬੀਜੀ ਹੈ, ਜੇ ਠੇਕਾ ਜ਼ਮੀਨ ਬੀਜੀ ਨਹੀਂ ਠੇਕਾ ਕਿਉਂ ਦਈਏ। ਜਦੋਂ ਵਕਾਰ ਭੋਗੇ ਹੀ ਨਹੀਂ ਫਿਰ ਵੀ ਉਸ ਵਕਾਰ ਦਾ ਹਿਸਾਬ ਦੇਣਾ ਪਵੇ, ਕਿਉਂ ਦੇਵਾਂ ਭਾਈ ਜਦੋਂ ਮੈਂ ਉਹ ਕੰਮ ਹੀ ਨਹੀਂ ਕੀਤਾ। ਪਰ ਮਹਾਰਾਜ ਕਹਿਣ ਲੱਗੇ ਐਸਾ ਦੇਣ ਦੁਖਾਲਾ, ਇਹ ਪਰੰਤੂ ਇਹ ਜਿਹੜੇ ਕਾਮ ਕ੍ਰੋਧ ਨੇ ਨਾ ਭਾਈ, ਇਹ ਬਹੁਤ ਦੁੱਖ ਦਿੰਦੇ ਬੰਦੇ ਨੂੰ, ਟਿਕਾ ਨਹੀਂ ਦਿੰਦੇ। ਭਾਵੇਂ ਵਿਅਕਤੀ ਕਿੰਨਾ ਵੀ ਬਚਦਾ ਹੈ, ਪਰ ਇਹ 5 ਵਕਾਰ ਜਿਹੜੇ ਨਾ ਇਹ ਵਿਅਕਤੀ ਨੂੰ ਟਿਕਣ ਨਹੀਂ ਦਿੰਦੇ ਹਨ। ਇਹ ਬਿਰਤੀ ਆਪਣੇ ਵੱਲ ਲਗਾਈ ਰੱਖਦੇ। ਸਾਡਾ ਜੀ ਕਰਦਾ ਮੈਂ ਬਾਣੀ ਪੜ੍ਹਾਂ, ਅਸੀਂ ਪਾਠ ਕਰਦੇ ਤੇ ਪਏ ਹਾਂ, ਪਰ ਸਾਡੀ ਬਿਰਤੀ ਪਾਠ ਕਰਦਿਆਂ ਕਰਦਿਆਂ ਕਿਤੇ ਪਾਸੇ ਚਲੇ ਗਏ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਲ ਨਮਾਜ਼ ਪੜ੍ਹਦਾ ਪਿਆ ਨਾ ਨਵਾਬ ਦੌਲਤ ਖਾਨ ਤੇ ਕਾਜੀ, ਔਰ ਨਮਾਜ਼ ਪੜ੍ਹਨਾ ਤੇ ਧਾਰਮਿਕ ਕੰਮ ਹੈ ਨਾ, ਚੰਗਾ ਕੰਮ ਹੈ ਨਾ, ਮਾੜਾ ਨਹੀਂ ਨਾ। ਨਮਾਜ਼ ਨੂੰ ਮਾੜਾ ਨਹੀਂ ਨਾ ਕਵਾਂਗੇ, ਰੱਬ ਦੀ ਬੰਦਗੀ ਹੈ, ਰੱਬ ਦੀ ਬੰਦਗੀ ਵਾਲੇ ਕਰਦੇ ਪਏ, ਪਰ ਮਨ ਤੇ ਫਿਰ ਗਿਆ। ਔਰ ਉਹ ਗਰੀਬ ਨਹੀਂ ਵੀ ਗਰੀਬ ਦਾ ਤੇ ਮੰਨ ਲਓ ਵੀ ਬਹੁਤਾ ਜੀ ਕਰਦਾ। ਜਿਹੜਾ ਨਵਾਬ ਹੈ ਉਹਦੇ ਕੋਲ ਘਾਟਾ ਥੋੜੀ ਹੈ ਪਦਾਰਥਾਂ ਦਾ, ਰਾਜਾ ਇਲਾਕੇ ਦਾ। ਮਹਾਰਾਜ ਕਹਿਣ ਲੱਗੇ ਤੂੰ ਕਿੰਨਾ ਵੀ ਰੱਜਿਆ ਹੋਵੇ, ਕਿੰਨਾ ਵੀ ਅਮੀਰ ਹੋ ਜਾਵੇਂ, ਅਮੀਰ ਦਾ ਮਨ ਵੀ ਭੱਜ ਜਾਂਦਾ ਬਾਣੀ ਵਿੱਚੋਂ, ਨਮਾਜ਼ ਵਿੱਚੋਂ। ਉਹ ਵੀ ਚਾਹੁੰਦਾ ਵੀ ਕੁਝ ਨਾ ਕੁਝ ਖੱਟ ਹੀ ਲਿਆਵਾਂ। ਤੇ ਕਾਜੀ ਧਾਰਮਿਕ ਬੰਦਾ ਪੱਕਾ ਹੈ, 5 ਨਮਾਜ਼ੀਆ,
ਤੇ ਕਾਜੀ ਨੇ ਅੱਜ ਥੋੜੀ ਨਮਾਜ਼ ਪੜ੍ਹੀ ਹੈ, ਕਾਜੀ ਨੇ ਪਹਿਲਾਂ ਸਿੱਖੀ ਹੋਵੇਗੀ ਕਿਸੇ ਗੁਰੂ ਕੋਲ ਬੈਠ ਕੇ, ਕਿਸੇ ਪਾਠਸ਼ਾਲਾ ਦੇ ਵਿੱਚ ਜਾ ਕੇ, ਕਿਸੇ ਧਾਰਮਿਕ ਸਥਾਨ ਤੇ ਜਾ ਕੇ ਸਿੱਖਿਆ ਹੋਵੇਗਾ, ਤਾਂ ਹੀ ਕਾਜੀ ਬਣਿਆ। ਕਾਜੀ ਵੀ ਕੋਈ ਆਮ ਥੋੜੀ ਹੈ ਚੱਲਦਾ ਫਿਰਦਾ, ਸ਼ਾਹੀ ਕਾਜੀ ਹੈ, ਬਾਦਸ਼ਾਹ ਰਾਜੇ ਦਾ ਕਾਜੀ, ਉਹ ਕੋਈ ਆਮ ਨਹੀਂ ਹੋਵੇਗਾ, ਸਿੱਖਿਆ ਹੋਇਆ। ਜ਼ਿੰਦਗੀ ਵਿੱਚ ਕਿੰਨੀਆਂ ਉਹਨੇ ਨਮਾਜ਼ਾਂ ਪੜ੍ਹੀਆਂ ਹੋਣਗੀਆਂ, ਕਿੰਨੇ ਉਹਨੇ ਧਾਰਮਿਕ ਕਰਮ ਕਰਾਏ ਹੋਣਗੇ ਆਪ ਅੱਗੇ ਲੱਗ ਕੇ। ਇੰਨੀਆਂ ਨਮਾਜ਼ਾਂ ਪੜ੍ਹਨ ਵਾਲੇ ਦਾ ਮਨ ਆਪਣਾ ਵੀ ਨਹੀਂ ਟਿਕਿਆ, ਉਹਦਾ ਮਨ ਵੀ ਦੌੜ ਪਿਆ। ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਤੁਹਾਡਾ ਮਨ ਦੋਨਾਂ ਦਾ ਨਮਾਜ਼ ਵਿੱਚ ਨਹੀਂ ਹੈ। ਕਹਿਣ ਲੱਗੇ ਕਿੱਥੇ ਹੈ? ਮਹਾਰਾਜ ਨੇ ਦੱਸ ਦਿੱਤਾ, ਕਿਉਂਕਿ ਉਹ ਤੇ ਅੰਤਰਜਾਮੀ ਸਨ। ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ ਜਦੋਂ ਅਸੀਂ ਬਾਣੀ ਪੜ੍ਹਨ ਲੱਗਦੇ ਹਾਂ, ਇਹ ਜਿਹੜੇ 5 ਵਕਾਰ ਨੇ ਨਾ ਭਾਈ, ਇਹ ਆਪਣਾ ਹਿੱਸਾ ਮੰਗਦੇ। ਹਿੱਸਾ ਕੀ ਮੰਗਦੇ? ਵੀ ਬਿਰਤੀ ਲੱਗਣ ਹੀ ਨਹੀਂ ਦਿੰਦੇ। ਪਾਠ ਮੈਂ ਇੱਥੇ ਕਰਦਾ ਪਿਆ, ਧਿਆਨ ਮੇਰਾ ਕਿਤੇ ਬਾਹਰ ਚਲੇ ਗਿਆ, ਦੂਰ ਚਲੇ ਗਿਆ, ਕਿਸੇ ਹੋਰ ਪਾਸੇ ਚਲਾ ਗਿਆ। ਐਸਾ ਇਹ ਵਕਾਰ ਦੁੱਖ ਦਿੰਦੇ ਹਨ। ਹਰ ਕੇ ਲੋਗਾ ਮੋਕੋ ਨੀਤ ਦਸੈ ਪਟਵਾਰੀ। ਗੁਰਮੁਖੋ ਪਟਵਾਰੀ ਨਾਮ ਧਰਮ ਰਾਜੇ ਦਾ ਹੈ। ਐ ਹਰੀ ਦੇ ਲੋਕੋ, ਸਾਧੂ ਜਨ, ਸੰਤ ਜਨ, ਮਹਾਂਪੁਰਖੋ, ਗੁਰਮੁਖੋ ਨਾਮ ਜਪਣ ਵਾਲਿਓ, ਗੁਰੂ ਕਿਉ ਸਿੱਖੋ। ਬੇਨਤੀ ਇਹ ਹੈ ਕਿ ਮੈਨੂੰ ਇਹ ਪਟਵਾਰੀ ਜਿਹੜਾ ਧਰਮ ਰਾਜਾ ਨਾ ਰੋਜ਼ ਡੱਸਦਾ ਹੈ, ਰੋਜ਼ ਦੁੱਖ ਦਿੰਦਾ ਹੈ। ਕਿਉਂਕਿ ਉਮਰਾਂ ਘਟਦੀ ਪਈ ਹੈ ਨਾ। ਮੰਨ ਲਓ ਵੀ 50 ਸਾਲ ਉਮਰਾਂ ਲਿਖਾ ਕੇ ਆਏ ਆ, ਅੱਜ 40 ਸਾਲ ਦੇ ਹੋ ਗਏ ਆ, ਤੇ ਫਿਰ ਮਗਰ 10 ਹੀ ਰਹਿ ਗਈ ਨਾ। ਉਮਰਾਂ ਤੇ ਰੋਜ਼ ਹੀ ਘਟਦੀ ਪਈ ਹੈ ਨਾ, ਰੋਜ਼ ਜਮਾਂ ਦੇ ਵਾਲੇ ਪਾਸੇ ਤੁਰੇ ਜਾਂਦੇ ਆ, ਨੇੜਾ ਹੁੰਦਾ ਪਿਆ ਜਮਾਂ ਦੇ ਵੱਲ। ਕਹਿਣ ਲੱਗੇ ਜਿਹੜਾ ਪਟਵਾਰੀ ਧਰਮ ਰਾਜਾ ਹੈ ਇਹ ਰੋਜ਼ ਹੀ ਡੱਸਦਾ ਹੈ, ਹਮੇਸ਼ਾ ਡੱਸਦਾ ਹੈ। ਦੱਸਦਾ ਕੀ ਹੈ? ਵੀ ਦੁੱਖ ਦਿੰਦਾ ਹੈ, ਜਿਹਨੂੰ ਫੜ ਲੈਂਦਾ ਉਹਨੂੰ ਛੱਡਦਾ ਨਹੀਂ ਹੈ। ਉਪਰ ਭੁਜਾ ਕਰ ਮੈਂ ਗੁਰ ਪੈ ਪੁਕਾਰਿਆ, ਤਿਨ ਹੋ ਲਿਆ ਉਭਾਰੀ। ਉਪਰ ਭੁਜਾ ਕਰ ਮੈਂ ਗੁਰ ਪੈ ਪੁਕਾਰਿਆ। ਸਤਿਗੁਰੂ ਬਖਸ਼ਿਸ਼ ਕਰਦੇ। ਇਹ ਜਿਹੜੀ ਪੰਕਤੀ ਆਪਾਂ ਸਰਵਨ ਕਰ ਰਹੇ ਆ ਨਾ, ਇਹਦਾ ਅਰਥ ਆਪਾਂ ਅੱਗੇ ਸਰਵਨ ਕਰਾਂਗੇ। ਇਹਦੇ ਤੋਂ ਪਹਿਲਾਂ ਮਹਾਰਾਜ ਕਹਿਣ ਲੱਗੇ ਰਹਾਓ, ਵਿਸ਼ਰਾਮ ਦੇ ਕੇ ਬਖਸ਼ਿਸ਼ ਕਰਦੇ ਹਨ। ਰਹਾਓ ਨੌ ਡਾਡੀ 10 ਮੁਨਸਬ ਧਾਵਾ, ਰਈਅਤ ਬਸਨ ਨ ਦੇਈ। ਗੁਰਮੁਖੋ ਪਟਵਾਰੀ ਦਾ ਕੀ ਕੰਮ ਹੁੰਦਾ? ਜ਼ਮੀਨ ਦੀ ਮਿੰਤੀ ਕਰਨੀ। ਕਾਹਦੇ ਨਾਲ ਕਰਦਾ? ਉਹਦੇ ਕੋਲ ਇੱਕ ਸੰਗਲੀ ਹੁੰਦੀ ਹੈ ਜਿਹਨੂੰ ਜਰੀਬ ਆਖਿਆ ਜਾਂਦਾ, ਉਹਦੇ ਨਾਲ ਕਰਦਾ। ਕਬੀਰ ਸਾਹਿਬ ਜੀ ਕਹਿਣ ਲੱਗੇ 9 ਡਾਢੀ, ਇਹ ਜਿਹੜੀਆਂ 9 ਗੋਲਕਾਂ ਨੇ ਸਾਡੇ ਸਰੀਰ ਦੇ, 9 ਇੰਦਰੇ ਨੇ, 2 ਅੱਖਾਂ ਨੇ, ਕੰਨ ਹੈ, ਨੱਕ ਹੈ, ਮੂੰਹ ਹੈ, ਜਿੰਨੇ ਸਾਡੇ ਸਰੀਰ ਦੇ ਛੇਕ ਨੇ, ਇਹ ਜਿਹੜੀਆਂ 9 ਗੋਲਕਾਂ ਨੇ ਨਾ ਸਾਡੇ ਸਰੀਰ ਦੀਆਂ, 9 ਛੇਦ ਨੇ, ਇਹ ਤੇ ਮੰਨ ਲਓ ਪਟਵਾਰੀ ਦੀ ਉਹ ਜੰਜੀਰ ਹੀ ਹੈ, ਜਰੀਬ ਹੀ ਹੈ, ਜਿਹਦੇ ਨਾਲ ਮਿੰਤੀ ਕਰਦਾ ਪਿਆ। ਮਿੰਤੀ ਕਰ ਕਰਕੇ ਇੰਨੀ ਜ਼ਮੀਨ ਇੱਧਰ ਹੈ, ਇੰਨੀ ਇੱਧਰ ਹੈ, ਪੂਰੇ ਦਾ ਪੂਰਾ ਲੇਖਾ ਜੋਖਾ ਕਰ ਦਿੰਦਾ, ਮਰਲਾ ਮਰਲਾ ਕੱਢ ਦਿੰਦਾ ਹੈ, ਗਜ ਗਜ ਜ਼ਮੀਨ ਕੱਢ ਦਿੰਦਾ, ਇੰਨੀ ਇਹਦੇ ਥੱਲੇ ਹੈ, ਇੰਨੀ ਇਹਦੇ ਥੱਲੇ ਹੈ। ਕਬੀਰ ਸਾਹਿਬ ਜੀ ਕਹਿਣ ਲੱਗੇ ਭਾਈ ਉਹ ਜਿਹੜਾ ਧਰਮ ਰਾਜਾ ਹੈ ਨਾ, ਉਹ ਵੀ ਇਸੇ ਤਰ੍ਹਾਂ ਦਾ ਹੀ ਹੈ। 9 ਗੋਲਕਾਂ ਜਿਹੜੀਆਂ ਸਰੀਰ ਦੀਆਂ, ਇਹ ਤੇ ਉਸ ਪਟਵਾਰੀ ਦੀਆਂ, ਧਰਮ ਰਾਜੇ ਦੀਆਂ ਜਰੀਬਾਂ ਹਨ, ਜਿਹਦੇ ਨਾਲ ਉਹ ਮਿਣਤੀ ਮਾਰਦਾ ਹੈ। ਤੇ ਮੁਨਸਫ ਧਾਵੈ, ਮੁਨਸਫ ਹੁੰਦਾ ਹੈ ਜਿਹੜਾ ਨਿਆਂ ਕਰਦਾ। ਹੁਣ ਬੰਦੇ 4-5 ਆ ਗਏ ਨਾ, ਪਟਵਾਰੀ ਮਿਣਦਾ ਪਿਆ, ਨੰਬਰਦਾਰ ਆ ਗਿਆ, ਸਰਪੰਚ ਆ ਗਿਆ, ਪਿੰਡ ਦੇ ਮੋਹਤਬਾਰ ਆ ਗਏ, ਉਹਨਾਂ ਨੇ ਨਾਲ ਇਨਸਾਫ ਵੀ ਕਰਨਾ ਹੈ ਵੀ ਆਹ ਬੰਦਾ ਠੀਕ ਹੈ, ਆਹ ਬੰਦਾ ਗਲਤ ਹੈ। ਸਰਕਾਰੀ ਮੁਲਾਜ਼ਮ ਵੀ 2-4 ਸਰਕਾਰ ਨੇ ਭੇਜ ਦਿੱਤੇ। ਕਬੀਰ ਸਾਹਿਬ ਜੀ ਕਹਿਣ ਲੱਗੇ ਬਚਨ ਇਹ 10 ਮੁਨਸਫ ਧਾਵੈ, ਮਿਣਤੀ ਕਰਨ ਵਾਲੇ ਜਿਹੜੇ 10 ਇੰਦਰੇ ਨੇ, ਇਹ ਵੀ ਕਹਿ ਲਈਏ ਵੀ ਨਿਆਂ ਕਰਨ ਵੱਲ ਦੌੜਦੇ। ਇੰਦਰੀਆਂ ਆ ਗਈਆਂ, ਅੱਖਾਂ ਕਹਿੰਦੀਆਂ ਵੀ ਮੇਰਾ ਨਿਆਂ ਕਰੋ, ਮੇਰੇ ਤੋਂ ਇਸ ਬੰਦੇ ਨੇ ਆਹ ਕੰਮ ਲਿਆ ਹੈ। ਅੱਖਾਂ ਆਪਣਾ ਹਿਸਾਬ ਮੰਗਦੀਆਂ, ਮੈਨੂੰ ਕਦੇ ਇਹਨੇ ਰੱਬ ਵਾਲੇ ਪਾਸੇ ਨਹੀਂ ਲਾਇਆ, ਮੇਰੇ ਤੋਂ ਇਹ ਦੁਨੀਆ ਨੂੰ ਵੇਖਦਾ ਰਿਹਾ ਹੈ। ਕੰਨ ਆ ਗਏ, ਉਹ ਆਪਣਾ ਇਨਸਾਫ ਮੰਗਣ ਲੱਗ ਪਏ, ਸਾਡੇ ਨਾਲ ਇਹਨੇ ਕਦੇ ਰੱਬ ਦਾ ਨਾਂ ਨਹੀਂ ਸੁਣਿਆ, ਸਗੋਂ ਕੰਨਾਂ ਨਾਲ ਇਹ ਨਿੰਦਿਆ ਸੁਣਦਾ ਹੈ। ਪੈਰ ਆ ਗਏ, ਉਹਨਾਂ ਨੇ ਆਪਣਾ ਹਿਸਾਬ ਮੰਗ ਲਿਆ ਵੀ ਸਾਨੂੰ ਕਦੇ ਸਤ ਸੰਗਤ ਵਾਲੇ ਪਾਸੇ ਨਹੀਂ ਲੈ ਕੇ ਗਿਆ, ਸਗੋਂ ਸਾਨੂੰ ਮਾੜੇ ਪਾਸੇ ਲੈ ਕੇ ਗਿਆ ਹੈ। ਕਹਿਣ ਲੱਗੇ ਵੀ ਇਹ ਭਾਈ ਜਿਹੜੇ ਸਰੀਰ ਦੀਆਂ ਇੰਦਰੀਆਂ ਨੇ ਨਾ, ਕਰਮ ਇੰਦਰੇ, ਗਿਆਨ ਇੰਦਰੇ, ਇਹ ਆਪਣਾ ਇਨਸਾਫ ਮੰਗਦੇ ਪਏ।
ਇਹ ਆਪਣੀ ਗੱਲ ਕਰਦੇ ਹਨ। ਰਈਅਤ ਬਸਣ ਨ ਦੇਹੀ। ਰਈਅਤ ਜਿਹੜੇ ਸ਼ੁਭ ਗੁਣ ਨੇ ਉਹਨਾਂ ਨੂੰ ਟਿਕਾ ਨਹੀਂ ਦਿੰਦੇ। ਰਈਅਤ ਕੀ ਹੈ? ਰਈਅਤ ਕਹਿੰਦੇ ਪ੍ਰਜਾ। ਪ੍ਰਜਾ ਕਿਹੜੀ ਹੈ? ਸ਼ੁਭ ਗੁਣਾਂ ਦੀ। ਸਤ, ਸੰਤੋਖ, ਦਇਆ, ਧਰਮ, ਇਹ ਸ਼ੁਭ ਗੁਣ ਹਨ। ਇਹਨਾਂ ਸ਼ੁਭ ਗੁਣਾਂ ਨੂੰ ਇਹ ਵਿਕਾਰ ਜਿਹੜੇ ਹਨ ਵਸਣ ਨਹੀਂ ਦਿੰਦੇ ਹਨ, ਟਿਕਾ ਨਹੀਂ ਦਿੰਦੇ ਹਨ। ਕਦੇ ਅੱਖਾਂ ਦਾ ਵਿਕਾਰ ਆ ਗਿਆ, ਕਦੇ ਕੰਨਾਂ ਦਾ ਆ ਗਿਆ, ਕਦੇ ਪੈਰਾਂ ਦਾ। ਇਹ ਵੱਖਰੇ ਵੱਖਰੇ ਵਿਕਾਰ ਇਹਨਾਂ ਸ਼ੁਭ ਗੁਣਾਂ ਨੂੰ ਟਿਕਾ ਨਹੀਂ ਦਿੰਦੇ ਹਨ। ਡੋਰੀ ਪੂਰੀ ਮਾਪੈ ਨਾਹੀ। ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ, ਕਹਿਣ ਲੱਗੇ ਭਾਈ ਇਹ ਪੂਰੀ ਰੱਸੀ ਦੇ ਨਾਲ ਮਾਪ ਨਹੀਂ ਕਰਦੇ, ਮਿਣਤੀ ਨਹੀਂ ਕਰਦੇ। ਮੰਨ ਲਓ ਪਟਵਾਰੀ ਦੇ ਮਨ ਵਿੱਚ ਹੀ ਬੇਈਮਾਨੀ ਆ ਜਾਵੇ ਤੇ ਉਹ ਜਰੀਬ ਨੂੰ ਚੰਗੀ ਤਰ੍ਹਾਂ ਖਿੱਚਿਆ ਹੀ ਨਾ, ਥੋੜੀ ਜਿਹੀ ਢਿੱਲੀ ਛੱਡ ਦੇਵੇ ਤੇ ਕਿੰਨਾ ਫਰਕ ਪਵੇਗਾ। ਜਾਂ ਉਹ ਜਿਹੜੀ ਜਰੀਬ ਹੈ ਜਿਹਦੇ ਨਾਲ ਜ਼ਮੀਨ ਮਿਣੀ ਜਾਂਦੀ ਹੈ ਉਹਦੀ ਘੁਰੀ ਤੇ ਘੁਰੀ ਚੜ੍ਹ ਜਾਵੇ। ਇੱਕ ਘੁਰੀ ਚੜੀ ਹੈ, ਇੱਕ ਘੁਰੀ ਕਰਕੇ ਤੋੜਤਾ, ਕਿੰਨਾ ਫਰਕ ਪਵੇਗਾ। ਜਦੋਂ ਜ਼ਮੀਨ ਦੀ ਮਿਣਤੀ ਹੁੰਦੀ ਹੈ ਨਾ, ਵਾਰ-ਵਾਰ ਉਸ ਸੰਗਲੀ ਨੂੰ ਹਿਲਾਇਆ ਜਾਂਦਾ, ਛਣਕਿਆ ਜਾਂਦਾ, ਖਿੱਚ ਖਿੱਚ ਕੇ ਉਹਨੂੰ ਪੂਰਾ ਕੀਤਾ ਜਾਂਦਾ ਵੀ ਘੁਰੀ ਤੇ ਘੁਰੀ ਨਾ ਚੜ੍ਹ ਜਾਵੇ। ਘੁੰਡੀ ਤੇ ਘੁੰਡੀ ਚੜ੍ਹ ਗਈ, ਫਰਕ ਪੈ ਜਾਏਗਾ। ਥੋੜੀ ਜਿਹੀ ਢਿੱਲ ਰਹਿ ਗਈ ਤਾਂ ਵੀ ਫਰਕ ਪਵੇਗਾ। ਕਬੀਰ ਸਾਹਿਬ ਜੀ ਕਹਿਣ ਲੱਗੇ ਪੂਰੀ ਰੱਸੀ ਦੇ ਨਾਲ ਮਿਣਦੇ ਨਹੀਂ ਹਨ। ਭਾਵ ਇਹ ਹੈ ਕਿ ਜਿਹੜੀ ਪਰਾਰਬਧ ਹੈ ਨਾ ਸਾਡੀ ਉਮਰਾ, ਇਹਨੂੰ ਸਾਂਕਰ ਨਹੀਂ ਰਹਿਣ ਦਿੰਦੇ। ਭਾਵ ਇਹ ਹੈ ਬਹੁਤੇ ਹਿਸਾਬ ਦੇ ਨਾਲ ਚੰਗੇ ਪੁੰਨ ਕਰਨੇ, ਦਾਨ ਕਰਨੇ, ਉਹਨਾਂ ਦਾ ਪੂਰਾ ਪੂਰਾ ਹਿਸਾਬ ਰਹਿਣ ਨਹੀਂ ਦਿੰਦੇ। ਇੱਕ ਪਾਸੇ ਚੰਗਾ ਕਰਮ ਕਰ ਲਿਆ, ਦੂਜੇ ਪਾਸੇ ਨਾਲ ਹੀ ਇਹਨਾਂ ਵਿਕਾਰਾਂ ਨੇ ਮਾੜਾ ਵੀ ਕਰਵਾ ਦੇਣਾ ਹੈ। ਮੰਨ ਲਓ ਵੀ ਇੱਕ ਪਾਸੇ ਅਸੀਂ ਦਾਨ ਕਰ ਦਿੱਤਾ, ਦੂਜੇ ਪਾਸੇ ਇਹਨਾਂ ਨੇ ਠੱਗੀ ਮਰਵਾ ਦੇਣੀ ਹੈ। ਕੰਮ ਬਰਾਬਰ ਹੀ ਰੱਖਣਾ ਵੀ ਇਹ ਕਿਸੇ ਬੰਨੇ ਨਿਕਲ ਨਾ ਸਕੇ। ਕਹਿਣ ਲੱਗੇ ਐਸੇ ਵਿਕਾਰ ਨੇ ਦੋਨਾਂ ਪਾਸਿਆਂ ਤੋਂ ਪਕੜ ਕੇ ਰੱਖਦੇ ਹਨ। ਬਹੁ ਬਿਸ਼ਟਾ ਲਾ ਲੇਹੀ। ਅਤੇ ਇਹ ਬਹੁਤ ਜ਼ਿਆਦੀ ਵੱਢੀ ਲੈਂਦੇ। ਹੁਣ ਪਟਵਾਰੀ ਮੰਨ ਲਓ ਬੇਈਮਾਨੀ ਹੋ ਜਾਵੇ, ਉਹ ਆਖੇ ਵੀ ਇੰਨੇ ਪੈਸੇ ਰੱਖ ਤਾਂ ਮਿਣਤੀ ਕਰਾਂਗਾ, ਜਾਂ ਸਹੀ ਤਾਂ ਕਰਾਂਗਾ ਤੇ ਦੇਣੀ ਪਏਗੀ, ਨਹੀਂ ਦੇਵੇਂਗਾ ਤੇ ਫਿਰ ਘਾਟਾ ਪੈ ਜਾਏਗਾ। ਕਿਉਂਕਿ ਉਹ ਸਰਕਾਰੀ ਮੁਲਾਜ਼ਮ ਹੈ, ਉਹਦੀ ਤੇ ਕਲਮ ਚੱਲਣੀ ਹੈ, ਜੋ ਕਾਗਜ਼ ਤੇ ਲਿਖ ਗਿਆ ਉਹ ਮੰਨਿਆ ਜਾਣਾ ਹੈ। ਨਾ ਚਾਹੁੰਦੀ ਨੂੰ ਵੀ ਦੇਣਾ ਪਵੇਗਾ, ਭਾਵੇਂ ਤੈਨੂੰ ਗਹਿਣਾ ਗੱਟਾ ਵਿੱਚ ਨਾ ਪਵੇ। ਕਹਿਣ ਲੱਗੇ ਇਹ ਜਿਹੜੇ 5 ਵਿਕਾਰ ਨੇ ਨਾ ਤੇ ਧਰਮ ਰਾਜਾ ਇਹ ਸਾਰੇ ਵੱਢੀ ਲੈਂਦੇ। ਕਹਿੰਦੇ ਵੀ ਦੇ ਇੰਨੇ ਸਾਨੂੰ ਪੁੰਨ, ਇੰਨੇ ਦਾਨ, ਇੰਨੀਆਂ ਪੂਜਾ, ਇੰਨੇ ਵਰਤ ਰੱਖੇ ਸਾਨੂੰ ਦੇ, ਤੇਰੇ ਨਾਲ ਥੋੜੀ ਜਿਹੀ ਰਿਆਇਤ ਕਰ ਦਿਆਂਗੇ। ਨਹੀਂ ਦੇਵੇਂਗਾ ਤੇ ਫਿਰ ਤੇਰੇ ਨਾਲ ਕੋਈ ਰਿਆਇਤ ਨਹੀਂ ਕਰਾਂਗੇ, ਤੈਨੂੰ ਹੋਰ ਦੁੱਖ ਦੇਵਾਂਗੇ। ਫਿਰ ਬਖਸ਼ਿਸ਼ ਕਰਦੇ ਹਨ। ਡੋਰੀ ਪੂਰੀ ਮਾਪੈ ਨਾਹੀ, ਬਹੁ ਬਿਸ਼ਟਾ ਲਾ ਲੇਹੀ। ਸਤਿਗੁਰਾਂ ਤੋਂ ਪੁੱਛਿਆ ਮਹਾਰਾਜ ਪ੍ਰਤੱਖ ਵੱਢੀ ਤੇ ਹੁੰਦੀ ਹੈ ਵੀ ਰੁਪਈਏ ਲੈ ਲੈ। ਹੁਣ ਧਰਮ ਰਾਜਾ ਰੁਪਈਏ ਤੇ ਨਹੀਂ ਨਾ ਲਏਗਾ, ਉਹ ਵੱਢੀ ਕਾਹਦੀ ਲੈਂਦਾ ਹੈ? ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਹੜਾ ਵਿਸ਼ੇ ਵਿਕਾਰ ਭੋਗਣੇ ਨਾ ਇਹ ਵੱਢੀ ਹੈ। ਬਿਸ਼ਟਾ ਨਾਮ ਗੰਦਗੀ ਦਾ ਹੈ। ਵਿਸ਼ੇ ਵਿਕਾਰਾਂ ਦੀ ਗੰਦਗੀ ਨੂੰ ਭੋਗਣਾ ਐਸੀ ਵੱਢੀ ਨੂੰ ਪ੍ਰਾਪਤ ਕਰਦੇ ਹਨ। ਬਿਹਤਰ ਘਰ ਇੱਕ ਪੁਰਖ ਸਮਾਇਆ, ਉਨਦੀਆ ਨਾਮ ਲਿਖਾਈ। ਸਤਿਗੁਰੂ ਕਹਿਣ ਲੱਗੇ ਗੁਰਮੁਖੋ ਇਹਨੂੰ ਬਿਹਤਰ ਨਹੀਂ ਕਹਿਣਾ, ਇਹਨੂੰ ਕਹਿਣਾ ਹੈ 72। 72 ਨਾਮ ਗਿਣਤੀ ਦਾ ਹੈ। ਜਿਵੇਂ ਆਪਾਂ ਗਿਣਤੀ ਕਰਦੇ ਨਾ 70, 71, 72, ਇੱਥੇ 72 ਨਾਮ ਗਿਣਤੀ ਦਾ ਹੈ। ਮਹਾਰਾਜ ਕਹਿਣ ਲੱਗੇ 72 ਘਰ, 72 ਕੋਠੀਆਂ ਦਾ ਇਹ ਸਾਡਾ ਘਰ ਹੈ, ਸਰੀਰ ਹੈ। ਸਾਡੇ ਸਰੀਰ ਦੇ ਅੰਦਰ ਕਹਿ ਲਈਏ 72 ਕੋਠੀਆਂ ਦਾ ਇਹ ਸਰੀਰ ਬਣਿਆ ਹੈ ਜਿਹੜਾ ਸਾਨੂੰ ਮਨੁੱਖਾ ਜਨਮ ਪ੍ਰਾਪਤ ਹੋਇਆ ਹੈ। 72 ਘਰ ਇੱਕ ਪੁਰਖ ਸਮਾਇਆ, ਇਸ ਦੇ ਵਿੱਚ ਅਕਾਲ ਪੁਰਖ ਵਸਦਾ ਪਿਆ ਹੈ। ਇਸ 72 ਕੋਠੀਆਂ ਵਾਲੇ ਸਰੀਰ ਦੇ ਵਿੱਚ ਪ੍ਰਮਾਤਮਾ ਵਸਦਾ ਹੈ। ਉਨਦੀਆ ਨਾਮ ਲਿਖਾਈ। ਉਸ ਦਾ ਨਾਮ ਗੁਰਾਂ ਨੇ ਲਿਖਾ ਦਿੱਤਾ। ਜਦੋਂ ਪੂਰੇ ਗੁਰੂ ਦੇ ਕੋਲ ਗਏ ਨਾ, ਮਹਾਰਾਜ ਕਿਰਪਾ ਕਰੋ ਕਿਰਪਾ ਕਰੋ, ਜਿਸ ਵੇਲੇ ਗੁਰੂ ਦੇ ਕੋਲ ਗਏ ਤੇ ਪਾਤਸ਼ਾਹ ਨੇ ਫਿਰ ਉਹ ਨਾਮ ਲਿਖਾ ਦਿੱਤਾ ਹੈ। ਧਰਮ ਰਾਏ ਕਾ ਦਫ਼ਤਰ ਸੋਧਿਆ। ਅਤੇ ਫਿਰ ਮਹਾਰਾਜ ਨੇ ਕਿਰਪਾ ਕੀਤੀ ਹੈ। ਕਹਿਣ ਲੱਗੇ ਜਿਹੜਾ ਧਰਮ ਰਾਜਾ ਨਾ ਉਹਦੇ ਦਫ਼ਤਰ ਨੂੰ ਸੋਧਿਆ ਹੈ, ਫਿਰ ਵਿਚਾਰ ਕੇ ਵੇਖਣਾ ਕੀਤਾ ਹੈ। ਬਾਕੀ ਰਿਜਮ ਨਕਾਈ। ਕੋਈ ਹਿਸਾਬ ਕਿਤਾਬ ਰਹਿ ਹੀ ਨਹੀਂ ਗਿਆ। ਜਦੋਂ ਪੂਰੇ ਗੁਰੂ ਦੇ ਕੋਲ ਚਲੇ ਗਏ ਨਾ, ਗੁਰੂ ਨੇ ਫਿਰ ਇਹੋ ਜਿਹਾ ਨਾਮ ਦੀ ਦਾਤ ਬਖਸ਼ਿਸ਼ ਕੀਤੀ ਹੈ, ਧਰਮ ਰਾਜੇ ਦੇ ਸਾਰੇ ਹਿਸਾਬ ਕਿਤਾਬ ਖਤਮ ਹੋ ਗਏ। ਪਰ ਕਿਵੇਂ ਖਤਮ ਹੋਏ ਉਹ ਪੰਕਤੀ ਆਪਾਂ ਪਿੱਛੇ ਛੱਡੀ ਹੈ। ਮਹਾਰਾਜ ਕਹਿਣ ਲੱਗੇ ਉੱਪਰ ਭੁਜਾ ਕਰ ਮੈਂ ਗੁਰ ਪਹਿ ਪੁਕਾਰਿਆ। ਜਦੋਂ ਵੇਖਿਆ ਨਾ ਵੀ ਆ ਪਟਵਾਰੀ ਨਹੀਂ ਛੱਡਦਾ ਪਿਆ, ਇਹਦੇ ਨਾਲ ਦੇ ਬੰਦੇ ਵੀ ਬੇਈਮਾਨ ਹੋ ਗਏ,
ਮੰਨ ਲਓ ਕੋਈ ਬਹੁਤਾ ਹੀ ਦੁੱਖ ਦੇਵੇ ਤੇ ਫਿਰ ਬੰਦਾ ਕੀ ਕਰਦਾ, ਸਿੱਧਾ ਰਾਜੇ ਕੋਲ ਜਾ ਕੇ ਪੁਕਾਰ ਕਰਦਾ ਵੀ ਰਾਜਿਆ ਬਚਾ, ਇਹ ਪਟਵਾਰੀ ਧੋਖਾ ਕਰਦਾ ਪਿਆ, ਨੰਬਰਦਾਰ ਵੀ ਕਰਦਾ ਪਿਆ, ਜਿਹੜੇ ਤੂੰ ਨਿਆਂ ਕਰਨ ਵਾਲੇ ਬੰਦੇ ਭੇਜੇ ਉਹ ਵੀ ਕਰਦੇ ਪਏ। ਫਿਰ ਰਾਜੇ ਕੋਲ ਪੁਕਾਰ ਕਰੀ ਜਾਂਦੀ ਹੈ। ਰਾਜਾ ਫਿਰ ਸਾਰਿਆਂ ਨੂੰ ਡਾਂਟਦਾ ਹੈ, ਸਾਰਿਆਂ ਨੂੰ ਸਜ਼ਾ ਵੀ ਦਿੰਦਾ ਹੈ। ਜਦੋਂ ਇਹਨਾਂ ਵਕਾਰਾਂ ਨੇ ਸਾਨੂੰ ਠੱਗਿਆ ਨਾ, ਤੇ ਫਿਰ ਸਿੱਖ ਨੇ ਜਾ ਕੇ ਗੁਰੂ ਕੋਲ ਪੁਕਾਰ ਕੀਤੀ, ਉੱਪਰ ਭੁਜਾ ਕਰ, ਆਪਣੀਆਂ ਬਾਹਾਂ ਤਾਂ ਕਰਕੇ ਤਰਾਹੇ 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 ਆ ਕੇ ਆਖਿਆ ਸਤਿਗੁਰੂ ਸ਼ਰਨ ਆ ਗਿਆ, ਸਤਿਗੁਰੂ ਸ਼ਰਨ ਆ ਗਿਆ, ਮਹਾਰਾਜ ਕਿਰਪਾ ਕਰੋ, ਮਹਾਰਾਜ ਬਚਾ ਲਓ। ਉੱਪਰ ਭੁਜਾ ਕਰ, ਜਦੋਂ ਉੱਪਰ ਬਾਹਾਂ ਕਰਕੇ ਗੁਰਪਹਿ ਪੁਕਾਰਿਆ, ਗੁਰੂ ਦੇ ਅੱਗੇ ਪੁਕਾਰ ਕੀਤੀ ਹੈ, ਤੇ ਮਹਾਰਾਜ ਕਹਿੰਦੇ ਹਨ ਤਿਨ ਹੋ ਲਿਆ ਉਭਾਰੀ। ਤੇ ਸਤਿਗੁਰਾਂ ਨੇ ਫਿਰ ਥਾਪੜਾ ਦਿੱਤਾ, ਉਹ ਗੁਰੂ ਕਿਹਾ ਸਿੱਖਾ ਕੋਈ ਗੱਲ ਨਹੀਂ, ਤੂੰ ਸਾਡੀ ਸ਼ਰਨ ਵਿੱਚ ਆ ਗਿਆ। ਹੁਣ ਇਹ 5 ਵਕਾਰਾਂ ਰੂਪੀ ਪਟਵਾਰੀ, ਇਹ ਜਿਹੜੇ ਨਿਆਂ ਕਰਨ ਵਾਲੇ ਵਿਸ਼ੇ ਵਕਾਰ ਤੇਰਾ ਕੁਝ ਨਹੀਂ ਕਰ ਸਕਦੇ, ਤੇਰਾ ਵਿਗਾੜ ਕੋਈ ਨਹੀਂ ਸਕਣਗੇ, ਤੂੰ ਸਾਡੀ ਸ਼ਰਨ ਵਿੱਚ ਆ ਗਿਆ, ਅਸੀਂ ਤੇਰੀ ਰੱਖਿਆ ਕਰਾਂਗੇ। ਮਹਾਰਾਜ ਫਿਰ ਕਿਰਪਾ ਕਰਕੇ ਉਹਨਾਂ ਤੋਂ ਬਚਾ ਲੈਂਦੇ ਹਨ। ਸੰਤਾਂ ਕੋ ਮਤ ਕੋਈ ਨਿੰਦੋ। ਇਸ ਕਰਕੇ ਮਹਾਰਾਜ ਕਹਿਣ ਲੱਗੇ ਕਿ ਜਿਹੜੇ ਸੰਤ ਨੇ ਨਾ ਭਾਈ, ਨਾਮ ਜਪਣ ਵਾਲੇ, ਉਹਨਾਂ ਸੰਤਾਂ ਦੀ ਕਦੇ ਨਿੰਦਿਆ ਨਾ ਕਰਿਆ ਕਰੋ, ਕਿਉਂਕਿ ਸੰਤ ਐਸੇ ਵਕਾਰਾਂ ਤੋਂ ਹੱਥ ਦੇ ਕੇ ਬਚਾ ਲੈਂਦੇ ਹਨ। ਸੰਤ ਰਾਮ ਹੈ ਏਕੋ। ਸੰਤ ਤੇ ਪ੍ਰਮਾਤਮਾ ਦੋਨੇ ਇੱਕ ਹੀ ਨੇ, ਕਿਉਂਕਿ ਸੰਤ ਦਾ ਕੰਮ ਹੈ ਨਾਮ ਜਪਾਉਣਾ, ਪ੍ਰਮਾਤਮਾ ਦਾ ਕੰਮ ਹੈ ਮੁਕਤ ਕਰਨਾ। कबीर एक संत एक राम, राम जो दाता मुक्त को संत जपावे, संत नाम जपा के ਲੈਵਲ ਹੀ ਇੰਨਾ ਉੱਚਾ ਕਰ ਦਿੰਦਾ ਵੀ ਪ੍ਰਮਾਤਮਾ ਮੁਕਤ ਕਰ ਦਿੰਦਾ ਹੈ। ਇਸ ਕਰਕੇ ਸਾਧੂ ਨੂੰ ਮਾੜਾ ਨਹੀਂ ਕਹਿਣਾ ਹੈ। ਕੋ ਕਬੀਰ ਮੈਂ ਸੋ ਗੁਰ ਪਾਇਆ, ਜਾਂ ਕਾ ਨਾਮ ਵਿਵੇਕੋ। ਕਬੀਰ ਸਾਹਿਬ ਜੀ ਕਹਿਣ ਲੱਗੇ ਮੈਂ ਗੁਰੂ ਐਸਾ ਪ੍ਰਾਪਤ ਕੀਤਾ ਹੈ ਜਿਹੜਾ ਗੁਰੂ ਵਿਵੇਕ ਕਹੀਏ ਗਿਆਨ ਦਿੰਦਾ ਹੈ। ਗਿਆਨ ਦੇ ਕੇ ਮੈਨੂੰ ਤੇ ਪ੍ਰਮਾਤਮਾ ਨੂੰ ਗੁਰੂ ਨੇ ਇੱਕ ਕਰ ਦਿੱਤਾ, ਵਿਚੋਲੇ ਪੈ ਕੇ। ਬਿਬ ਏਕੋ, ਬਿਬ ਨਾਮ ਦੋ ਦਾ, ਏਕੋ ਨਾਮ ਇੱਕ ਦਾ। ਪਹਿਲਾਂ ਤੇ ਜੀਵ ਤੇ ਈਸ਼ ਦੋ ਸਨ ਵੱਖਰੇ ਵੱਖਰੇ, ਪਰ ਗੁਰੂ ਨੇ ਗਿਆਨ ਦੇ ਕੇ ਦੋਨਾਂ ਤੋਂ ਇੱਕ ਹੀ ਕਰ ਦਿੱਤਾ, ਪਰਮਾਤਮਾ ਦਾ ਰੂਪ ਹੀ ਹੋ ਗਿਆ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਪਰਮਾਤਮਾ ਦਾ ਸਰੂਪ ਹੀ ਬਣ ਗਿਆ। ਐਸੀ ਦਾਤ ਪਰਮਾਤਮਾ ਨੇ ਦਿੱਤੀ। ਇਹ ਕਬੀਰ ਸਾਹਿਬ ਜੀਆਂ ਨੇ ਬਖਸ਼ਿਸ਼ ਕੀਤੀ। ਵਿਚਾਰ ਕਰਦੇ ਹਾਂ, ਭੁੱਲ ਚੁੱਕ ਦੀ ਮੁਆਫੀ। ਕੱਲ੍ਹ ਨੂੰ ਆਪਾਂ ਭਗਤ ਰਵਿਦਾਸ ਸਾਹਿਬ ਦੀ ਬਾਣੀ ਜਿਹੜੀ ਆ ਉਹ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ ਦਿਓ ਸੱਜਣ ਅਸੀਸੜੀਆਂ, ਜੋ ਹੈ ਸਾਹਿਬ ਸਿਓ ਮੇਲ। ਸੰਤਾਂ ਕੋ ਮਤ ਕੋਈ ਨਿੰਦੋ, ਸੰਤ ਰਾਮ ਹੈ ਏਕੋ। ਕਹੋ ਕਬੀਰ ਮੈਂ ਸੋ ਗੁਰ ਪਾਇਆ, ਜਾਂ ਕਾ ਨਾਮ ਵਿਵੇਕੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ